ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਘੇ ਵਕੀਲ ਐਡਵੋਕੇਟ RS ਬੈਂਸ ਸਾਹਿਬ ਮੌਜੂਦ ਨੇ। ਸਵਾਗਤ ਹੈ ਤੁਹਾਡਾ ਬੈਂਸ ਸਾਹਿਬ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬੈਂਸ ਸਾਹਿਬ। ਸਵਾਲ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਤੇ ਕੁਝ ਸਵਾਲ ਜਿਹੜੇ ਗੋਲਡੀ ਬਰਾੜ ਦੇ ਨਾਲ ਵੀ ਜੁੜੇ ਨੇ, ਗੈਂਗਸਟਰਵਾਦ ਨਾਲ, ਸੁਰੱਖਿਆ ਏਜੰਸੀਆਂ, ਉਹਨਾਂ ਦੇ ਨਾਲ, ਉਹਦੇ ਉੱਤੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਸਵਾਲ ਜਿਹੜੀ ਚਰਚਾ ਚੱਲ ਰਹੀ ਹੈ ਗੋਲਡੀ ਬਰਾੜ ਨੂੰ ਲੈ ਕੇ। ਹਾਲਾਂਕਿ ਹੁਣ ਤੱਕ ਵੀ ਜਦੋਂ ਆਪਾਂ ਚਰਚਾ ਕਰ ਰਹੇ ਹਾਂ ਕੋਈ ਵੀ ਪੁਖਤਾ ਜਾਣਕਾਰੀ ਨਹੀਂ, ਨਾ ਕੋਈ ਤਸਵੀਰ ਇਹੋ ਜਿਹੀ ਹੈ। ਜਿਸ ਤਰ੍ਹਾਂ ਦੇ ਲਾ ਅਮਰੀਕਾ ਦੇ ਜਾਂ ਵਿਦੇਸ਼ਾਂ ਦੇ ਕਾਨੂੰਨ ਦੇ ਹੁੰਦੇ ਨੇ, ਉਹ ਸਾਨੂੰ ਸਭ ਨੂੰ ਪਤਾ ਹੈ ਕਿ ਕਿੰਨੇ ਸਖਤ ਨੇ। ਕੋਈ ਭਾਰਤ ਵਰਗੇ ਕਾਨੂੰਨ ਨਹੀਂ, ਜਾਂ ਉੱਥੇ ਕਿਸ ਤਰੀਕੇ ਦੇ ਨਾਲ ਕਾਨੂੰਨ ਨੂੰ ਮੰਨਿਆ ਜਾਂਦਾ, ਸਰਕਾਰਾਂ ਜਾਂ ਰਾਸ਼ਟਰਪਤੀ ਤੱਕ ਕਿਸ ਤਰ੍ਹਾਂ ਮੰਨਦੇ ਨੇ। ਤੁਸੀਂ ਇਸ ਸਭ ਵਰਤਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਜੇਕਰ ਗੋਲਡੀ ਬਰਾੜ ਜਾਂ ਕਿਸੇ ਨੂੰ ਵੀ ਵਿਦੇਸ਼ ਦੇ ਵਿੱਚੋਂ ਇਸ ਤਰ੍ਹਾਂ ਅਰੈਸਟ ਕਰਨਾ ਆ ਜਾਂ ਉਹਦੀ ਹਵਾਲਗੀ ਹੋਣੀ ਹੈ ਤਾਂ ਉਹ ਕੀ ਪ੍ਰਕਿਰਿਆ ਕਿਸ ਤਰ੍ਹਾਂ ਦੀ ਹੈ ਤੁਹਾਡੀ? ਨਹੀਂ ਜੀ, USA ਐਂਡ ਹਿੰਦੁਸਤਾਨ ਦੇ ਵਿੱਚ ਜਿਹੜੀ ਐਕਸਟ੍ਰੈਡੀਸ਼ਨ ਟ੍ਰੀਟੀ 97 ਵਿੱਚ ਬਣੀ ਸੀ, ਉਸ ਤੋਂ ਪਹਿਲਾਂ ਅਸੀਂ ਪੁਰਾਣੀ ਟ੍ਰੀਟੀ ਇਸਤੇਮਾਲ ਕਰ ਰਹੇ ਸੀ ਜਿਹੜੀ USA ਐਂਡ UK ਵਿੱਚ ਸੀ। ਉਹ 1942 ਤੋਂ ਹਿੰਦੁਸਤਾਨ ਵਿੱਚ ਯੂਜ਼ ਹੋ ਰਹੀ ਸੀ। ਆਜ਼ਾਦੀ ਤੋਂ ਬਾਅਦ ਅਸੀਂ ਉਹੀ ਟ੍ਰੀਟੀ ਦੇ ਥੱਲੇ ਕੰਮ ਕਰ ਰਹੇ ਸੀ। ਉਹਦੇ ਵਿੱਚ ਥੋੜ੍ਹੀਆਂ ਆਫੈਂਸਿਸ ਅੱਛੀ ਤਰ੍ਹਾਂ ਡਿਫਾਈਨ ਨਹੀਂ ਸੀ, ਪਰ ਜਿਹੜੀ 97 ਦੀ ਸੰਧੀ ਹੈ USA ਐਂਡ ਇੰਡੀਆ ਦੇ ਵਿੱਚ, ਉਹਦੇ ਮੁਤਾਬਿਕ ਕਿ ਕੋਈ ਵੀ ਸਜ਼ਾ ਜਿਹੜੀ ਦੋਨੋਂ ਮੁਲਕਾਂ ਵਿੱਚ ਜਿਹੜਾ ਜੁਰਮ ਹੋਵੇ ਔਰ ਉਹਦੇ ਵਿੱਚ 1 ਸਾਲ ਤੋਂ ਵੱਧ ਸਜ਼ਾ ਹੋਵੇ, ਤਾਂ ਇੱਕ ਕੰਟਰੀ ਦੂਜੇ ਕੰਟਰੀ ਨੂੰ ਕਹਿ ਸਕਦਾ ਕਿ ਜੀ ਸਾਡਾ ਮੁਜਰਮ ਹੈ, ਇਹ ਤੁਹਾਡੇ ਦੇਸ਼ 'ਚ ਰਹਿ ਰਿਹਾ, ਉਹਨੂੰ ਫੜ ਕੇ ਸਾਨੂੰ ਭੇਜ ਦਿਓ, ਸੌਂਪ ਦਿਓ। ਔਰ ਉਹਨਾਂ ਨੇ ਪ੍ਰੋਸੀਜਰ ਸੈੱਟ ਕੀਤਾ ਕਿ ਤੁਸੀਂ 60 ਦਿਨ ਦੇ ਅੰਦਰ ਅੰਦਰ ਇਹ ਸਾਰੇ ਸਬੂਤ ਇਨ ਰਾਈਟਿੰਗ ਡਾਕੂਮੈਂਟਰੀ ਐਵੀਡੈਂਸ ਭੇਜੋਗੇ, ਉਹਨੂੰ ਅਸੀਂ ਐਕਸੈਪਟ ਕਰਾਂਗੇ, ਉਹਦੇ ਬੇਸ ਤੇ ਅਸੀਂ ਇੱਕ ਡਿਸੀਜਨ ਲਵਾਂਗੇ। ਉਹ ਡਿਸੀਜਨ ਦੇ ਮੁਤਾਬਿਕ ਜੇ ਤੁਸੀਂ 60 ਦਿਨਾਂ ਦੇ ਅੰਦਰ ਅੰਦਰ ਨਹੀਂ ਉਹਨੂੰ ਭੇਜਦੇ, ਡਾਕੂਮੈਂਟਸ ਨਹੀਂ ਭੇਜਦੇ ਜਿਹੜੇ ਸਾਡੀ ਸੈਟਿਸਫੈਕਸ਼ਨ ਹੋਵੇ, ਫਿਰ ਉਹਨੂੰ ਅਸੀਂ ਛੱਡ ਦਾਂਗੇ। ਤੁਸੀਂ ਉਸ ਤੋਂ ਬਾਅਦ ਵੀ ਡਾਕੂਮੈਂਟ ਭੇਜ ਸਕਦੇ ਹੋ, ਅਸੀਂ ਦੁਬਾਰਾ ਰੀ-ਅਰੈਸਟ ਕਰ ਸਕਦੇ ਹਾਂ। ਮਗਰ ਸਾਰਾ ਕੁਝ ਡਿਪੈਂਡ ਕਰਦਾ ਅਸੀਂ ਕਿੰਨੇ ਜਿਹੜੇ ਸਾਡੇ ਚਾਰਜਿਸ ਆ ਉਹਦੇ ਖਿਲਾਫ ਦਾ, ਜਿਹੜੇ ਐਵੀਡੈਂਸ ਆ ਸਾਡੇ ਕੋਲ ਗੋਲਡੀ ਬਰਾੜ ਦੇ ਖਿਲਾਫ ਕਿ ਕਿੰਨੇ ਕੇਸਾਂ 'ਚ ਇਨਵੋਲਵਡ ਹੈ, ਕਿੰਨਾ ਉਹਦਾ ਸਿੱਧਾ ਸਬੂਤ ਹੈ ਉਹਦੀ ਇਨਵੋਲਵਮੈਂਟ ਦਾ, ਉਹ ਸਾਰੇ ਐਵੀਡੈਂਸ ਹੁਣ ਸਾਨੂੰ 60 ਦਿਨ ਦੇ ਅੰਦਰ ਅੰਦਰ US ਗਵਰਨਮੈਂਟ ਨੂੰ ਦੇਣੇ ਪੈਣੇ ਆ ਜੇ ਚਾਹੁੰਦੇ ਆ ਕਿ ਉਹਨੂੰ ਦੁਬਾਰਾ ਨਾ ਛੱਡਿਆ ਜਾਵੇ। ਜੀ ਅੱਛਾ, ਇਹ ਜਦੋਂ ਐਵੀਡੈਂਸ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਸਰਕਾਰ ਦੇ ਕੋਲ ਤਾਂ ਸਿੱਧੂ ਮੂਸੇਵਾਲੇ ਦਾ ਕੇਸ ਇੱਕ ਵੱਡਾ ਆ, ਜਾਂ ਹੋਰ ਵਪਾਰੀਆਂ ਨੂੰ ਐਕਸਟੋਰਸ਼ਨ ਦੇ ਲਈ ਕਾਲਸ ਕਰਨਾ, ਉਹ ਸਾਰਾ ਕੁਝ ਹੈ। ਤੇ ਜਦੋਂ NIA ਦੀ ਗੱਲ ਆਉਂਦੀ ਹੈ, ਕਿਉਂਕਿ ਹੁਣ ਪਿੱਛੇ ਜੇ ਚਰਚਾ ਛਿੜੀ ਸੀ ਕਿ ਇਹ ਕਹਿੰਦੇ ਸੀ ਕਿ ਅਸੀਂ ਜਿਹੜੇ ਗੈਂਗਸਟਰ ਨੇ ਕੈਟਾਗਰੀ ਦੇ, ਉਹਨਾਂ ਨੂੰ ਅੱਤਵਾਦੀ ਐਲਾਨਣ ਦੇ ਲਈ ਕੋਈ ਪ੍ਰਕਿਰਿਆ ਚੱਲ ਰਹੀ ਆ। ਇਹਦਾ ਕੀ ਪ੍ਰੋਸੀਜਰ ਹੋਏਗਾ ਕਿ ਉਹ ਕਿਸ ਢੰਗ ਦੇ ਨਾਲ ਉਹਨਾਂ ਨੂੰ ਕਨਵਿੰਸ ਕਰਨਗੇ ਅਮਰੀਕਾ ਸਰਕਾਰ ਨੂੰ, ਕਿਉਂਕਿ ਉੱਥੇ ਜਿਹੜੇ ਬੈਠੇ ਨੇ ਉਹ ਆਪਣੀ ਪੋਲੀਟੀਕਲ ਅਸਾਈਲਮ ਰਾਜਸੀ ਸ਼ਰਨ ਲਈ ਵੀ ਅਪਲਾਈ ਕਰਦੇ ਨੇ। ਰਾਜਸੀ ਪੋਲੀਟੀਕਲ ਜਿਹੜੇ ਕੇਸਿਸ ਹੈ ਉਹਨਾਂ ਵਿੱਚ ਆਫ ਕੋਰਸ ਉਹਨਾਂ ਨੂੰ ਭੇਜਿਆ ਨਹੀਂ ਜਾ ਸਕਦਾ, ਬਟ ਗੋਲਡੀ ਬਰਾੜ ਦੇ ਖਿਲਾਫ ਪੋਲੀਟੀਕਲ ਕੇਸਿਸ ਘੱਟ ਹੈ। ਹਾਲਾਂਕਿ ਉਹਨਾਂ ਨੇ ਲਾਸਟ ਕਿਲਿੰਗ ਜਿਹੜੀ ਕੀਤੀ ਹੈ, ਕਲੇਮ ਕੀਤੀ, ਉਹਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਆਪਣੇ ਆਪ ਨੂੰ ਖਾਲਿਸਤਾਨ ਮੂਵਮੈਂਟ ਨਾਲ ਜੋੜਨ ਦੀ, ਮਗਰ ਉਹਦੇ ਨਾਰਮਲ ਜਿਹੜਾ ਆਮ ਕੇਸਿਸ ਜਿਹੜਾ ਉਹਦੇ ਖਿਲਾਫ ਹੈ ਉਹ ਸਿੱਧੇ ਐਕਸਟੋਰਸ਼ਨ ਦੇ ਹੈ। ਐਕਸਟੋਰਸ਼ਨ ਸੀਰੀਅਸ ਕ੍ਰਾਈਮ ਹੈ ਉੱਥੇ ਵੀ ਤਾਂ ਇੱਥੇ ਵੀ, ਐਂਡ ਉਹਦੀ ਸੈਲਫ ਕਲੇਮਸ ਹੀ ਇੰਨੀਆਂ ਹੈਗੀਆਂ ਕਿ ਅਸੀਂ ਰਿਸਪੌਂਸਿਬਿਲਿਟੀ ਆਪ ਲਈ ਹੋਈ ਹੈ ਕਿੰਨੇ ਕੇਸਾਂ ਦੇ ਵਿੱਚ, ਤੇ ਉਹਦੀ ਨੇੜਤਾ ਲਾਰੈਂਸ ਬਿਸ਼ਨੋਈ ਗਰੁੱਪ ਨਾਲ। ਸੋ ਇਹ ਸਾਰੀਆਂ ਗੱਲਾਂ ਮੇਰੇ ਹਿਸਾਬ ਨਾਲ ਸਫੀਸ਼ੀਐਂਟ ਐਵੀਡੈਂਸ ਹੈ ਕਿਸੇ ਵੀ ਜੱਜ ਨੂੰ ਕਨਵਿੰਸ ਕਰਨਾ ਕਿ ਉਹਨੂੰ ਟ੍ਰਾਇਲ ਲਈ ਇੱਥੇ ਭੇਜ ਦਿੱਤਾ ਜਾਵੇ। ਮੇਰਾ ਖਿਆਲ ਭੇਜ ਵੀ ਦੇਣਗੇ, ਕਿਉਂਕਿ ਹੁਣ ਜਿਹੜੀ ਇੰਟਰਨੈਸ਼ਨਲ ਕੋਆਪਰੇਸ਼ਨ ਹੈ ਲਾਅ ਐਂਡ ਆਰਡਰ ਦੇ ਵਿੱਚ ਉਹ ਕਾਫੀ ਵੱਧ ਗਈ ਹੈ। 90 ਦੇ ਵਿੱਚ ਬੜਾ ਔਖਾ ਹੁੰਦਾ ਸੀ ਗਵਰਨਮੈਂਟ ਆਫ ਇੰਡੀਆ ਨੂੰ ਕਿਸੇ ਨੂੰ ਬੁਲਾਉਣਾ, ਕਿਉਂਕਿ ਇਸ ਲਈ ਉਹਨਾਂ ਨੇ ਫਿਰ ਦੁਬਾਰਾ ਟ੍ਰੀਟੀ ਕੀਤੀ 97 ਦੇ ਵਿੱਚ। 97 ਤੋਂ ਬਾਅਦ ਕਾਫੀ ਲੋਕ ਜਿਹੜੇ ਚਾਹੁੰਦੇ ਹੈ, ਹਾਲੇ ਤੱਕ ਤਾਂ ਅਸੀਂ ਕੁਝ ਚਾਹੁੰਦੇ ਨਹੀਂ ਸੀ, ਬਟ ਹੁਣ ਆਰਡਨਰੀ ਕ੍ਰਾਈਮ ਵਿੱਚ ਵੀ ਅਸੀਂ ਲੋਕਾਂ ਨੂੰ ਬੁਲਾ ਸਕਦੇ ਹਾਂ, ਐਕਸਟ੍ਰੈਡਿਟ ਕਰ ਸਕਦੇ, ਚਾਹੇ ਆਰਡਨਰੀ ਮਰਡਰ ਹੋਵੇ, ਚਾਹੇ ਆਰਡਨਰੀ 307 ਦਾ ਕੇਸ ਹੋਵੇ, 326 ਦਾ ਕੇਸ ਹੋਵੇ, ਸਜ਼ਾ ਉਹਨਾਂ ਵਿੱਚ 1 ਸਾਲ ਤੋਂ ਜ਼ਿਆਦਾ। ਜਿਹੜਾ ਤੁਸੀਂ ਕਲੇਮ ਦੀ ਗੱਲ ਕਰ ਰਹੇ ਹੋ, ਇਸ ਦੀ ਪੁਖਤਾ ਕਿਸ ਤਰ੍ਹਾਂ ਸਬੂਤ ਹੋਣਗੇ ਕਿ ਇਹ ਗੋਲਡੀ ਬਰਾੜ ਦੇ ਵੱਲੋਂ ਹੀ ਕਲੇਮ ਕੀਤਾ ਗਿਆ? ਇਸ ਤਰ੍ਹਾਂ ਤਾਂ ਸੋਸ਼ਲ ਮੀਡੀਆ ਤੇ ਕੋਈ ਵੀ ਬਣਾ ਕੇ ਕੋਈ ਵੀ ਆਪਣੇ ਵੱਲੋਂ
ਕਹਿ ਸਕਦਾ ਹੈ ਕਿ ਇਹ ਮੈਂ ਕੀਤਾ, ਜਿਵੇਂ ਪਿੱਛੇ ਜਿਹੇ ਹੁੰਦੀਆਂ ਘਟਨਾਵਾਂ ਉਹਨਾਂ ਦੀ ਆਪਣੇ ਆਪ ਹੀ ਕਿ ਸਾਡੀ ਲੋਕਾਂ ਦੇ ਵਿੱਚ ਇੱਕ ਚਰਚਾ ਬਣੀ ਰਹੇ, ਇੱਕ ਨਾਂ ਬਣਿਆ ਰਹੇ? ਜ਼ਰੂਰੀ ਤਾਂ ਨਹੀਂ ਹੋ ਸਕਦਾ ਕਿ ਗੋਲਡੀ ਬਰਾੜ ਨੇ ਉਹ ਕੀਤਾ ਹੋਵੇ? ਬਿਲਕੁਲ ਠੀਕ ਹੈ, ਇਸੇ ਲਈ ਤਾਂ ਅਸੀਂ ਸਬੂਤ ਇਕੱਠੇ ਕਰਨੇ ਆ, ਕਿਉਂਕਿ ਜਿਹੜਾ ਹਲੇ ਤੱਕ ਚਲਾਨ ਪੇਸ਼ ਕੀਤਾ ਸ਼ੂਟਰਸ ਦੇ ਖਿਲਾਫ ਪੰਜਾਬ ਨੇ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ, ਉਹਨਾਂ ਵਿੱਚ ਕੋਈ ਐਸਾ ਸਬੂਤ ਨਹੀਂ ਹੈ ਜਿਹੜਾ ਸਿੱਧਾ ਗੋਲਡੀ ਬਰਾੜ ਨਾਲ ਜੋੜ ਸਕੇ। ਸੋ ਇਹਨਾਂ ਨੂੰ ਕਲੀਅਰਲੀ, ਮਗਰ ਜਿਹੜੇ ਮੀਡੀਆ ਤੋਂ ਆਪਾਂ ਜਾਂ WhatsApp ਤੋਂ ਜਾਂ ਇਹ ਸਭ ਤੋਂ ਜਿਹੜੇ ਆਪਣੇ ਸਬੂਤ ਇਕੱਠੇ ਕਰਦੇ, ਇੱਕ ਤਾਂ ਉਹਨਾਂ ਦੀ ਆਥੈਂਟਿਸਿਟੀ ਬੜੀ ਆਸਾਨੀ ਨਾਲ US ਗਵਰਨਮੈਂਟ ਵੈਰੀਫਾਈ ਕਰ ਸਕਦੀ ਹੈ, ਕਿਉਂਕਿ ਉਹਨਾਂ ਕੋਲ ਤਾਂ ਸਾਰੇ ਸਰਵਰ ਪਏ ਹੈ। ਮੋਸਟ ਆਫ ਦਾ ਸਰਵਰ ਜਿਹੜੇ US ਗਵਰਨਮੈਂਟ ਦੇ ਟੈਰੀਟਰੀ ਤੇ ਹੈ, ਚਾਹੇ ਗੂਗਲ ਦਾ ਚਾਹੇ WhatsApp ਦਾ, ਤੇ ਉਹਨਾਂ ਕੋਲ ਐਬਿਲਿਟੀ ਹੈਗੀ ਹੈ ਕਿ ਕੋਈ ਵੀ ਫੋਨ ਦੀ ਰਿਕਾਰਡਡ ਕਨਵਰਸੇਸ਼ਨ, WhatsApp ਮੈਸੇजेस ਜਿਹੜੇ ਅਸੀਂ ਦੱਸਾਂਗੇ ਉਹਨੂੰ ਵੈਰੀਫਾਈ ਕਰ ਸਕਦੇ ਆ ਕਿ ਉਹ ਵਾਕਿਆ ਹੀ ਉਸ ਬੰਦੇ ਦੇ ਹੈ ਜਾਂ ਕਿਸੇ ਹੋਰ ਦੇ ਹੈ। ਕਿਉਂਕਿ ਹੁਣ ਤਾਂ ਵੌਇਸ ਰੈਕਗਨੀਸ਼ਨ, ਫੇਸ ਰੈਕਗਨੀਸ਼ਨ, ਹਜ਼ਾਰ ਤਰ੍ਹਾਂ ਦੀ ਟੈਕਨੋਲੋਜੀ ਆ ਗਈ ਹੈ, ਜਿਹਦੇ ਕਰਕੇ ਆਸਾਨ ਹੋ ਗਿਆ ਕਿ ਤੁਸੀਂ ਜਾਣ ਸਕਦੇ ਹੋ ਕਿ ਕੌਣ ਥ੍ਰੈਟ ਦੇ ਰਿਹਾ, ਔਰ ਉਹਦਾ ਮੇਨਲੀ ਐਵੀਡੈਂਸ ਤਾਂ ਕਨਸਪੀਰੇਸੀ ਦਾ ਹੀ ਹੈ, ਥ੍ਰੈਟ ਦਾ ਹੀ ਹੈ, ਔਰ ਜਿਹੜੇ ਹਥਿਆਰ ਸਪਲਾਈ ਕਰਾਉਣਾ, ਇਹ ਸਾਰੀਆਂ ਚੀਜ਼ਾਂ ਮੁਸ਼ਕਲ ਹੈ ਐਵੀਡੈਂਸ ਲਈ ਕਾਫੀ, ਪਰ ਮੇਰੇ ਹਿਸਾਬ ਨਾਲ ਇਸ ਕੇਸ ਵਿੱਚ ਮਿਲ ਜਾਣਗੀਆਂ, ਕਿਉਂਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਬੜੇ ਸਾਲ ਤੋਂ ਕੰਮ ਕਰ ਰਿਹਾ ਹੈ, ਔਰ ਉਹ ਆਪ 64 ਕੇਸਾਂ ਵਿੱਚ ਘੱਟੋ ਘੱਟ ਇਨਵੋਲਡ ਹੈ। ਗੋਲਡੀ ਬਰਾੜ ਵੀ ਕਾਫੀ ਕੇਸਾਂ ਚ ਹੈਗਾ, ਤੇ ਜਿਹੜੇ ਉਹਨਾਂ ਦੇ ਕਈ ਮਰਡਰ ਕੇਸਾਂ ਤਾਂ ਜਿਹੜੇ ਵਿਟਨੈਸ ਉਹਨਾਂ ਨੇ ਸਿੱਧਾ ਹੀ ਨਾਮ ਲਿਆ ਹੈ। ਸੋ ਜਿੱਥੇ ਉਹਨਾਂ ਦੀ ਸਟੇਟਮੈਂਟ ਹੈ ਉਹ ਵੀ ਕਿਸੇ ਵੀ ਜੱਜ ਨੂੰ ਪ੍ਰਭਾਵਿਤ ਕਰ ਦੇਣਗੇ ਕਿ ਇਹ ਬਿਲਕੁਲ ਝੂਠਾ ਜਾਂ ਪੋਲੀਟੀਕਲ ਕੇਸ ਨਹੀਂ ਹੈ, ਇਹ ਕੋਈ ਕਿਸੇ ਹੋਰ ਕਾਰਨ ਤੋਂ ਸਰਕਾਰ ਨਹੀਂ ਬੁਲਾ ਰਹੀ, ਕਿਉਂਕਿ ਪੋਲੀਟੀਕਲ ਕੇਸਿਸ ਬਿਲਕੁਲ ਅਲੱਗ ਹੁੰਦੇ ਨੇ। ਪੋਲੀਟੀਕਲ ਕੇਸਿਸ ਤੇ ਇਹ ਤਾਂ ਕਲੀਅਰਲੀ ਕ੍ਰਿਮੀਨਲ ਕੇਸਿਸ ਹੈ, ਇਸ ਕਰਕੇ ਮੇਰੇ ਹਿਸਾਬ ਨਾਲ ਉਹ ਪੋਲੀਟੀਕਲ ਰਿਫਿਊਜ ਅਸਾਈਲਮ ਮੁਸ਼ਕਲ ਮਿਲੇਗੀ ਗੋਲਡੀ ਬਰਾੜ ਨੂੰ। ਤੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਪੁਲੰਦਾ ਬਣ ਰਹੀ ਹੈ ਇਸ ਕੇਸ ਨੂੰ, ਸਿੱਧੂ ਮੂਸੇਵਾਲੇ ਦੇ ਕੇਸ ਨੂੰ, ਜਾਂ ਹੋਰ ਵੀ ਜਿੰਨੇ ਕੇਸ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਦੇ ਨਾਮ ਤੇ ਬੋਲਦੇ ਨੇ, ਉਹ ਇੰਨੇ ਕੁ ਮਜ਼ਬੂਤ ਹੋ ਸਕਦੇ ਨੇ ਕਿ ਇਹਨਾਂ ਨੂੰ ਉੱਥੋਂ ਬਾਹਰੋਂ ਹਵਾਲਗੀ ਲਈ ਜਾ ਸਕੇ? ਕਿਉਂਕਿ ਭਾਰਤ ਸਰਕਾਰ ਤਾਂ ਚਲੋ ਆਪਣੇ ਪੱਧਰ ਤੇ ਚਾਰਾਜੋਈ ਕਰ ਰਹੀ ਹੈ, ਤੇ ਦੂਜਾ ਜਿਹੜਾ ਮੈਂ ਸਵਾਲ ਪਹਿਲਾਂ ਕੀਤਾ ਸੀ ਕਿ NIA ਇਹਨਾਂ ਨੂੰ ਅੱਤਵਾਦੀਆਂ ਦੀ ਕੈਟਾਗਰੀ 'ਚ ਰੱਖਣ ਦੀ ਕੋਸ਼ਿਸ਼, ਜਾਂ ਫਿਰ ਇਹ ਵੀ ਚਰਚਾ ਕਿ ਇਹਨਾਂ ਨੂੰ ਦੱਖਣ ਦੀਆਂ ਜੇਲ੍ਹਾਂ ਦੇ ਵਿੱਚ ਭੇਜ ਦੇਣਾ, ਇਹ ਸਾਰਾ ਕੁਝ, ਕਿਉਂਕਿ ਵਕੀਲ ਹੋਣ ਦੇ ਨਾਤੇ ਉਹਨਾਂ ਦੇ ਪੱਖ ਦੇ ਵਿੱਚ ਵੀ ਕੁਝ ਵਕੀਲ ਹੋਣਗੇ ਜਿਹੜੇ ਕਹਿਣਗੇ ਕਿ ਇਹਨਾਂ ਦਾ ਬਚਾਅ ਹੋਣਾ ਚਾਹੀਦਾ ਹੈ, ਜਾਂ ਇਹਨਾਂ ਨੂੰ ਅੱਤਵਾਦੀ ਨਹੀਂ ਐਲਾਨਿਆ ਜਾਣਾ ਚਾਹੀਦਾ, ਜਾਂ ਇਹਨਾਂ ਨੂੰ ਯੂਆਪਾ ਦੇ ਅਧੀਨ ਨਹੀਂ ਰੱਖਣਾ ਚਾਹੀਦਾ। ਵੈਸੇ ਤਾਂ ਜੇ ਤੁਸੀਂ ਕਹੋ ਕਿ ਇਸ ਤੋਂ ਵੱਡਾ ਟੈਰਰ ਕੀ ਹੈ ਕਿ ਤੁਹਾਡੇ ਸਾਰੇ ਲੋਕਾਂ ਨੂੰ ਡਰ ਲੱਗੇ ਕਿ ਕਿਸੇ ਨੂੰ ਫੋਨ ਆ ਸਕਦਾ ਹੈ, ਕੋਈ ਵੀ ਤੁਹਾਡਾ ਆਰਟਿਸਟ ਜਿਹੜਾ ਥੋੜਾ ਵੀ ਕਮਾ ਰਿਹਾ ਹੈ, ਕੋਈ ਵੱਡਾ ਜੱਜ ਨੂੰ ਤੁਸੀਂ ਥ੍ਰੈਟ ਦੇ ਸਕਦੇ ਹੋ ਕਿ ਕੇਸ ਤੇ ਛੱਡ ਦੇਣ, ਕਿਸੇ ਵਕੀਲ ਨੂੰ ਥ੍ਰੈਟ ਦਿੱਤਾ ਜਾ ਸਕਦਾ ਹੈ, ਕਿਸੇ ਅਫਸਰ ਨੂੰ ਥ੍ਰੈਟ ਦਿੱਤਾ ਜਾ ਸਕਦਾ ਹੈ। ਤਾਂ ਟੈਰਰਿਜ਼ਮ ਦੇ ਅਲੱਗ ਫੇਸਿਸ ਹੁੰਦੇ ਆ, ਬਟ ਇਹ ਤਾਂ ਕਲੀਅਰ ਹੀ ਟੈਰਰਿਸਟ ਐਕਟ ਤਾਂ ਹੈ ਹੀ ਹੈ, ਡਰਾਉਣਾ ਹੀ ਹੈ ਨਾ ਲੋਕਾਂ ਨੂੰ। ਫਿਰ ਤੁਸੀਂ ਡਾਕਾ ਵੀ ਮਾਰਦੇ ਹੋ, ਡਿਕੋਇਟੀ ਬੜਾ ਸੀਰੀਅਸ ਕੰਮ ਹੈ, ਐਕਸਟੋਰਸ਼ਨ ਇਟਸੈਲਫ ਸੀਰੀਅਸ ਕ੍ਰਾਈਮ ਹੈ। ਸੋ ਇਹ ਸਾਰੇ ਇੰਟਰਲਿੰਕਡ ਹੈਗੇ ਆ। ਚਾਹੇ ਠੀਕ ਹੈ ਆਪਾਂ ਟੈਰਰਿਜ਼ਮ ਨੂੰ ਹਮੇਸ਼ਾ ਉਹਦੇ ਨਾਲ ਲਿੰਕ ਕਰਦੇ ਹਾਂ ਕਿ ਦੇਸ਼ ਦੀ ਹੋਂਦ ਨੂੰ ਖਤਰਾ ਹੈ, ਜਾਂ ਦੇਸ਼ ਦੇ ਇਕਨੋਮਿਕ ਸਿਸਟਮ ਨੂੰ ਖਤਰਾ ਹੈ, ਜਾਂ ਦੇਸ਼ ਦੇ ਪੋਲੀਟੀਕਲ ਸਿਸਟਮ ਨੂੰ ਖਤਰਾ ਹੈ, ਦੇਸ਼ ਨੂੰ ਤੋੜਨਾ ਚਾਹੁੰਦੇ ਹੋ, ਨਾਰਮਲੀ ਤੁਸੀਂ ਉਹਨਾਂ ਨੂੰ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਵਿੱਚ ਪਾਉਂਦੇ ਹੋ। ਮਗਰ ਇਹ ਤਾਂ ਸਾਰੇ, ਇਹ ਵੀ ਤਾਂ ਦੇਸ਼ ਨੂੰ ਖਤਰਾ, ਜੋ ਜੇ ਲੋਕੀ ਸਿਕਿਉਰ ਹੋ ਜਾਣ, ਜਿਹੜੀ ਬੇਸਿਕ ਰਿਸਪੌਂਸਿਬਿਲਿਟੀ ਹੈ ਸਰਕਾਰ ਦੀ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ, ਆਰਡਰ ਮੇਨਟੇਨ ਕਰਨ ਦੀ ਇਨ ਅਕੋਰਡੈਂਸ ਵਿਦ ਲਾਅ, ਜੇ ਉਹੀ ਚੀਜ਼ ਖਤਮ ਹੋ ਜਾਂਦਾ ਵੀ ਸਾਰੇ ਸਿਸਟਮ ਕੋਲੈਪਸ ਹੋ ਜਾਂਦੇ ਨੇ। ਫਿਰ ਤਾਂ ਤੁਸੀਂ ਕਹੋਗੇ ਕਿ ਫ੍ਰੀ ਫॉर ਆਲ ਹੈ। ਇਹ ਬਿਲਕੁਲ ਉਹੋ ਜਿਹੀ ਸਟੇਟ ਹੈ, ਦੇਸ਼ ਦਾ ਤੋੜਨ ਵਰਗੀ ਸਟੇਟ ਹੈ। ਸੋ ਇਹ ਜੇ ਉਹਨਾਂ ਨੂੰ ਡਿਕਲੇਅਰ ਵੀ ਕਰ ਦੇਣ, ਇਹਦੇ ਵਿੱਚ ਕਾਨੂੰਨ ਉਹਨੂੰ ਸਪੋਰਟ ਕਰੇਗਾ, ਕਿਉਂਕਿ ਜਿਹੜੀਆਂ ਐਕਟੀਵਿਟੀਜ਼ ਆ ਉਹ ਬਿਲਕੁਲ ਜੇਲ੍ਹ ਤੋਂ ਹੋ ਰਹੀਆਂ। ਸੋ ਵੈਸੇ ਤਾਂ ਬੜੀ ਨਲਾਇਕੀ ਹੈ ਕਿ ਇਹਨਾਂ ਕੋਲ ਮੋਬਾਈਲ ਹਾਲੇ ਵੀ ਪ੍ਰੋਵਾਈਡ ਕੀਤੇ ਜਾਂਦੇ ਨੇ, ਇਹਨਾਂ ਨੂੰ ਪੂਰਾ ਐਕਸੈਸ ਦਿੱਤਾ ਜਾਂਦਾ ਹੈ। ਇਸ ਕਰਕੇ ਗੱਲ ਠੀਕ ਹੈ ਕਿ ਗੈਂਗ, ਆਮ ਕ੍ਰਿਮੀਨਲ ਨੂੰ ਜਦੋਂ ਪੋਲੀਟੀਕਲ ਪ੍ਰੋਟੈਕਸ਼ਨ ਮਿਲ ਜਾਂਦੀ ਹੈ ਫਿਰ ਉਹ ਗੈਂਗਸਟਰ ਬਣ ਜਾਂਦਾ। ਅਦਰਵਾਈਜ਼ ਗੈਂਗਸਟਰ ਬਣਨਾ ਬੜਾ ਔਖਾ ਹੈ। 10 ਕੇਸਾਂ ਵਿੱਚ ਆਮ ਬੰਦਾ 2 ਕੇਸਾਂ ਵਿੱਚ ਇਨਵੋਲਵ ਹੋ ਜਾਂਦਾ, ਉਹਦੀ ਸਾਰੀ ਜ਼ਿੰਦਗੀ ਅਸਤ ਵਿਅਸਤ ਹੋ ਜਾਂਦੀ ਹੈ। ਤਾਂ ਫੈਕਟ ਕਿ ਉਹ ਜੇਲ੍ਹ ਤੋਂ ਆਪਰੇਟ ਕਰ ਰਹੇ ਨੇ ਔਰ ਇੰਨੇ ਸਾਲਾਂ ਤੋਂ ਆਪਰੇਟ ਕਰ ਰਹੇ ਨੇ, ਔਰ ਉਹਨਾਂ ਦਾ ਸਾਰਾ ਆਪਰੇਸ਼ਨ ਥਰੂ ਮੋਬਾਈਲ ਹੈ, ਇਸ ਤੋਂ ਕਲੀਅਰਲੀ ਪਤਾ ਲੱਗਦਾ ਕਿ ਹਾਲੇ ਤੱਕ ਸਰਕਾਰਾਂ ਨੇ ਡਿਸੀਜਨ ਨਹੀਂ ਲਿਆ ਕਿ ਉਹਨਾਂ ਨੂੰ ਚੁੱਪ ਕਰਾਉਣਾ ਤੇ ਜਾਂ ਉਹਨਾਂ ਦੀ ਐਕਟੀਵਿਟੀਜ਼ ਤੇ ਅਸੀਂ ਰੋਕਣਾ ਉਹਨਾਂ ਨੂੰ। ਹਾਲੇ ਤੱਕ ਬਿਨਾਂ ਪੋਲੀਟੀਕਲ ਪ੍ਰੋਟੈਕਸ਼ਨ ਦੇ ਅਸੀਂ ਪੰਜਾਬ 'ਚ ਦੇਖਿਆ ਕੋਈ ਗੈਂਗਸਟਰਿਜ਼ਮ ਨਹੀਂ ਵੱਧ ਸਕਦਾ। ਗੈਂਗਸਟਰ ਸ਼ੁਰੂ ਉਦੋਂ ਹੋਇਆ ਸੀ ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ
ਬਾਦਲ ਰੂਲਿੰਗ ਪਾਰਟੀ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਰਿਕਰੂਟ ਕਰਨਾ ਸ਼ੁਰੂ ਕਰਤਾ ਤੇ ਉਹ ਛੋਟੇ ਕ੍ਰਿਮੀਨਲ ਜਿਹੜੇ ਬਿਲਕੁਲ ਜਿਹੜੇ ਆਮ ਕੇਸਾਂ 'ਚ ਹਾਲ ਤੱਕ ਖਤਮ ਹੋ ਜਾਣਾ ਚਾਹੀਦਾ ਸੀ, ਉਹਨਾਂ ਨੂੰ ਜੇਲ੍ਹਾਂ 'ਚ ਸਜ਼ਾਵਾਂ ਹੋ ਜਾਣੀਆਂ ਚਾਹੀਦੀਆਂ ਸੀ, ਤੇ ਵੱਡੇ ਵੱਡੇ ਗੈਂਗਸਟਰ ਬਣ ਕੇ ਪੈਸਾ ਇਕੱਠਾ ਕਰੇ। ਜਦੋਂ ਸਾਧਨ ਇਕੱਠੇ ਹੋ ਜਾਂਦੇ ਆ, ਫਿਰ ਚੰਗੇ ਵੈਪਨ ਆ ਜਾਂਦੇ, ਫਿਰ ਤੁਸੀਂ ਡਰਾਉਣ ਲੱਗ ਪੈਂਦੇ ਨੇ। ਕੋਈ ਵੀ ਚੀਜ਼ ਪਹਿਲੀ ਸਟੇਜ ਤੇ ਬੜਾ ਆਸਾਨ ਸੀ ਖਤਮ ਕਰਨਾ, ਹੁਣ ਉਹੀ ਚੀਜ਼ ਕਿੰਨੀ ਵੱਡੀ ਵਿਆਪਕ ਦੇਸ਼ ਨੂੰ ਖਤਰਾ ਲੱਗਦਾ। तो इस करके कुछ मुश्किल नहीं है उन्होंने एक्स्ट्राडेट करके जल्दी केस चला के उन्होंने सजावट दे दी, मगर हुण है कि उन्होंने जिहड़ा टैरर इन्ना वध गया कि हुण गवाह ही देना बड़ा औखा है। टैररिज्म विच भी यही प्रॉब्लम हुंदी सी कि गवाह नहीं मिलते, इस करके इत्थे दूसरा एविडेंस ही सब तो जरूरी हो जाता है। इन्हां फॉर्चुनेटली क्योंकि ऑपरेट ही थ्रू मोबाइल करते हैं, ऑपरेट ही थ्रू सोशल मीडिया या डिजिटल मीडिया करते हैं, इस करके उन्होंने खिलाफ ਹੁਣ ਜਿਹੜਾ ਫੋਰੈਂਸਿਕ ਐਵੀਡੈਂਸ ਆਸਾਨ ਹੈ, ਇਹਨਾਂ ਨੂੰ ਉਸੇ ਐਵੀਡੈਂਸ ਤੇ ਕਨਵਰਟ ਕੀਤਾ ਜਾ ਸਕਦਾ। ਜਿੱਥੋਂ ਤੱਕ ਸਵਾਲ ਇਹ ਹੈ ਕਿ ਹਥਿਆਰਾਂ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਉਹ ਸਾਰਾ ਕੁਝ ਸਪਲਾਈ ਹੁੰਦਾ ਆ, ਕੋਈ ਕਾਨੂੰਨ ਦੇ ਵਿੱਚ ਇਹੋ ਜਿਹੀ ਮੱਦ ਕੇ ਇਸ ਨੂੰ ਕੰਟਰੋਲ ਕੀਤਾ ਜਾ ਸਕੇ, ਸੁਰੱਖਿਆ ਏਜੰਸੀਆਂ ਨੂੰ ਹੁਕਮ ਕੋਈ ਇਹੋ ਜਿਹੇ ਦਿੱਤੇ ਜਾ ਸਕਣ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ, ਕਿਉਂਕਿ ਸਰਕਾਰ ਵਾਰ-ਵਾਰ ਇਹ ਗੱਲ ਕਹਿੰਦੀ ਹੈ ਕਿ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ ਗੈਂਗਸਟਰ। ਧੱਜੀਆਂ ਤਾਂ ਦੇਖੋ, ਮੋਸਟ ਆਫ ਦਾ ਜਿਹੜਾ ਮੇਜਰ ਆਰਗੇਨਾਈਜ਼ਡ ਕ੍ਰਾਈਮ ਹੈ, ਇਹ ਆਫੀਸ਼ੀਅਲ ਪ੍ਰੋਟੈਕਸ਼ਨ ਤੋਂ ਬਗੈਰ ਜੀ ਨਹੀਂ ਸਕਦਾ। ਚਾਹੇ ਤੁਸੀਂ ਕਹਿ ਲਓ ਸ਼ਰਾਬ ਦਾ, ਚਾਹੇ ਡਰੱਗਸ ਦਾ, ਚਾਹੇ ਪ੍ਰੋਸਟੀਟਿਊਸ਼ਨ ਦਾ, ਇਹ ਸਾਰੇ ਆਫੀਸ਼ੀਅਲੀ ਪ੍ਰੋਟੈਕਟਡ ਹੁੰਦੇ ਨੇ ਕਿਸੇ ਲੈਵਲ ਤੇ। ਕਿਸੇ ਲੈਵਲ ਦੇ ਲੋਕਾਂ ਨੂੰ ਦਿਖਾਉਣ ਲਈ ਇੱਕ ਲੜਾਈ ਲੜੀ ਜਾ ਰਹੀ ਹੈ, ਕੋਈ ਆਊਟ ਆਫ ਕੰਟਰੋਲ ਹੋ ਜਾਵੇ ਉਹਨੂੰ ਮਾਰ ਦਿੱਤਾ ਜਾਂਦਾ ਹੈ, ਮਗਰ ਇਹ ਸਾਰੇ ਜਿਹੜੇ ਰੈਕਟਸ ਹੈ ਇਹ ਪੋਲੀਟੀਕਲ ਪ੍ਰੋਸੈਸ ਨੂੰ ਫੀਡ ਕਰਦੇ ਨੇ। ਇਹ ਕਰਪਸ਼ਨ ਜਦੋਂ ਇੱਕ ਗੈਂਗਸਟਰ ਵੀ 50 ਕਰੋੜ ਜਾਂ 50 ਲੱਖ ਜਾਂ 50,000 ਦੀ ਫਰੌਤੀ ਮੰਗਦਾ ਔਰ ਲੋਕੀ ਦਿੰਦੇ ਹੈ, ਉਹ ਪੈਸਾ ਉਹਦੇ ਕੋਲ ਥੋੜੀ ਰਹਿੰਦਾ ਹੈ, ਉਹ 100% ਕੁਛ ਪੋਲੀਟੀਸ਼ੀਅਨਸ ਕੋਲ ਜਾਂਦਾ ਹੋਏਗਾ, ਕੁਛ ਪੁਲਿਸ ਅਫਸਰ ਕੋਲ ਜਾਂਦਾ ਹੋਏਗਾ, ਕੁਛ ਜੇਲ੍ਹ ਦੇ ਮੁਲਾਜ਼ਮਾਂ ਕੋਲ ਜਾਂਦਾ ਹੋਏਗਾ, ਕਿਉਂਕਿ ਇਹ ਸੋਚਣਾ ਮੁਸ਼ਕਿਲ ਹੈ ਕਿ ਤੁਸੀਂ ਕਿਹੋ ਜਿਹੀ ਜੇਲ੍ਹ ਬਣਾਈ ਹੈ ਜਿੱਥੇ ਉਹਨਾਂ ਨੂੰ ਇੰਨੀ ਫਰੀडम ਹੈ ਕਿ ਉਹ ਉੱਥੋਂ ਹੀ ਆਪਣਾ ਪੂਰਾ ਕੰਮ ਚਲਾ ਰਹੇ ਨੇ। ਉਹਨਾਂ ਨੂੰ ਬਾਹਰ ਆਉਣ ਦੀ ਲੋੜ ਹੀ ਨਹੀਂ ਹੈ, ਉਹ ਤਾਂ ਵੀ ਦੇਸ਼ ਵਿਦੇਸ਼ ਦੇ ਵੱਡੇ ਗੈਂਗਸਟਰਾਂ ਨਾਲ ਕਹਾਏ ਜਾਂਦੇ ਨੇ ਔਰ ਬੈਠੇ ਜੇਲ੍ਹ ਦੇ ਵਿੱਚ। ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਪੋਲੀਟੀਕਲ ਵਿਲ ਹੈ ਉਹ ਪੋਲੀਟੀਕਲ ਪ੍ਰੋਟੈਕਸ਼ਨ ਤੋਂ ਬਗੈਰ ਹੋ ਹੀ ਨਹੀਂ ਸਕਦਾ। 24 ਘੰਟੇ ਤੁਸੀਂ ਅੰਡਰ ਕਸਟਡੀ ਹੋ ਔਰ ਯੈਟ ਬੇਧੜਕ ਤੁਹਾਡੇ ਰਿਕਾਰਡਡ ਮੈਸੇਜ ਇੱਧਰ ਜਾ ਰਹੇ ਉੱਧਰ ਜਾ ਰਹੇ, ਔਰ ਕੋਈ ਫਿਜ਼ੀਕਲੀ ਤਾਂ ਕੋਈ ਉਹਨੂੰ ਇੰਨੇ ਮਿਲ ਨਹੀਂ ਸਕਦੇ, ਰੀਅਲ ਕੋਰੀਅਰਸ ਨਾਲ ਤਾਂ ਚਲਾ ਨਹੀਂ ਸਕਦੇ। ਤੇ ਜਿਹੜੇ ਵੈਪਨ ਤੱਕ ਪ੍ਰੋਵਾਈਡ ਕਰ ਰਹੇ ਨੇ, ਪੈਸੇ ਮੰਗੀ ਜਾ ਰਹੇ ਨੇ, ਇਹਦਾ ਮਤਲਬ ਹੈ ਕਿ ਇਹ ਜਿਹੜਾ ਕਹਿਣਾ ਕਿ ਅਫੀਸ਼ੀਅਲ ਏਜੰਸੀਜ਼ ਇਹਦੇ ਚ ਇਨਵੋਲਵ ਨਹੀਂ ਹੈ ਜਾਂ ਸਰਕਾਰ ਇਨਵੋਲਵ ਨਹੀਂ ਹੈ, ਮੈਂ ਤਾਂ ਬਿਲਕੁਲ ਨਹੀਂ ਮੰਨ ਸਕਦਾ, ਕਿਉਂਕਿ ਅਦਰਵਾਈਜ਼ ਜੇਲ੍ਹ ਤੋਂ ਬੈਠਾ ਗੈਂਗਸਟਰ ਕਦੀ ਇਦਾਂ ਦਾ ਟੈਰਰ ਨੈਟਵਰਕ ਚਲਾ ਹੀ ਨਹੀਂ ਸਕਦਾ। ਜਿੱਥੋਂ ਤੱਕ ਸਵਾਲ ਇਹ ਆ ਕਿ ਕੋਈ ਵੀ ਗੈਂਗਸਟਰ ਹੈ, ਉਹਦੇ ਕੇਸ ਜਿਹੜੇ ਨੇ ਉਹ ਵਕੀਲਾਂ ਨੇ ਦੋਨੋਂ ਪੱਖ ਦਾ ਕੇਸ ਲੜਨਾ ਹੁੰਦਾ। ਪਿੱਛੇ ਜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਤੇ ਕੁਝ ਤੇ ਛਾਪਾ ਪਿਆ, ਉਹਨੂੰ ਲੈ ਕੇ ਕਾਫੀ ਰੌਲਾ ਪਿਆ, ਹੜਤਾਲਾਂ ਵੀ ਹੋਈਆਂ। ਈਵਨ ਤੱਕ ਕਿ ਕਈ ਪਰਿਵਾਰ ਤਾਂ ਇਹ ਕਹਿ ਦਿੰਦੇ ਨੇ ਕਿ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ, ਉਹ ਕਹਿੰਦੇ ਕਿ ਇੰਨਾ ਲਮਕਾਇਆ ਕਿਉਂ ਜਾਂਦਾ ਕੇਸਾਂ ਨੂੰ? ਕੋਈ ਹੱਦ ਹੋਣੀ ਚਾਹੀਦੀ ਹੈ ਕੇਸਾਂ ਦੀ ਕਿ ਇੰਨੇ ਇੱਕ ਸਮੇਂ ਦੇ ਵਿੱਚ, ਜਿਵੇਂ ਲਾਰੈਂਸ ਬਿਸ਼ਨੋਈ ਹੈ ਜਾਂ ਜੱਗੂ ਭਗਵਾਨਪੁਰੀ ਹੈ, ਉਹ ਅੰਦਰ ਬੈਠੇ ਨੇ, ਅੰਦਰੋਂ ਬੈਠੋ ਆਪਣੀਆਂ ਕਾਰਵਾਈਆਂ ਕਰਦੇ ਨੇ, ਗਰੋਹ ਚਲਾਉਂਦੇ ਨੇ ਆਪਣੇ, ਪਰ ਕੇਸ ਉਹਨਾਂ ਤੇ ਜਿੰਨੇ ਮਰਜ਼ੀ ਪਾ ਦਿਓ, ਰਹਿਣਾ ਉਹਨਾਂ ਨੇ ਗੈਂਗਸਟਰ ਹੀ ਹੈ, ਤੇ ਉਹ ਉਨੇ ਹੀ ਲੰਮੇ ਚੱਲੀ ਜਾਂਦੇ ਨੇ। ਕਿਸੇ ਵਿੱਚ ਬਰੀ ਹੋ ਗਏ, ਕਿਸੇ 'ਚ ਉਹਨਾਂ ਨੂੰ ਜ਼ਮਾਨਤ ਮਿਲ ਗਈ। ਹਾਂ, ਇਹ ਜ਼ਰੂਰ ਹੈ ਕਿ ਉਹ ਬਾਹਰ ਨਹੀਂ ਆ ਸਕਦੇ, ਪਰ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਹੈ ਉਹ ਉਮੀਦ ਕਰਦੇ ਨੇ ਕਿ ਹੈਂਗ ਟਿਲ ਡੈਥ, ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਕਾਨੂੰਨ ਦੇ ਵਿੱਚ ਇਹੋ ਜਿਹਾ ਕੋਈ ਦਾਇਰਾ ਕਿਉਂ ਨਹੀਂ ਹੈਗਾ ਕਿ ਸਮਾਬੱਧ ਸੀਮਾ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੇ ਤਾਂ ਕਿ ਗਾਹ ਨੂੰ ਕੋਈ ਉਹੋ ਜਿਹੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ? ਨਹੀਂ, ਕਾਨੂੰਨ ਦੇ ਵਿੱਚ ਤਾਂ ਸਜ਼ਾਏ ਮੌਤ ਹੈਗਾ। ਆਰਗੇਨਾਈਜ਼ਡ ਕ੍ਰਾਈਮ ਨੂੰ ਸਜ਼ਾ ਆਪਾਂ ਆਮ ਪੋਲੀਟੀਕਲ, ਜਦੋਂ ਕੋਈ ਮਰਡਰ ਹੁੰਦਾ ਪੋਲੀਟੀਸ਼ੀਅਨ ਦਾ, ਉਦੋਂ ਆਪਾਂ ਸਜ਼ਾਏ ਮੌਤ ਅਕਸਰ ਦਿੰਦੇ ਹਾਂ। ਰਾਜੀਵ ਗਾਂਧੀ ਦੇ ਕੇਸਾਂ 'ਚ ਸਭ ਨੂੰ ਸਜ਼ਾਏ ਮੌਤ ਦਿੱਤੀ, ਬੇਅੰਤ ਸਿੰਘ ਦੇ ਕੇਸਾਂ 'ਚ ਸਜ਼ਾਏ ਮੌਤ ਅੱਜ ਦਿੱਤੀ ਹੋਈ ਹੈ। ਤਾਂ ਸਜ਼ਾਏ ਮੌਤ ਤਾਂ ਐਗਜ਼ਿਸਟ ਕਰਦੀ ਹੈ, ਮਗਰ ਇਸ਼ੂ ਇਹ ਹੈ ਕਿ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਹ ਕਾਫੀ ਜਿਹੜਾ ਹੈਗਾ ਇਲੀਗਲ ਮਨੀ ਤੇ ਆਪਰੇਟ ਕਰ ਰਿਹਾ। ਟ੍ਰਾਂਸਪੇਰੈਂਸੀ ਸਾਡੇ ਹੈ ਨਹੀਂ। ਪੋਲਿਟਿਕਸ ਔਰ ਇਲੈਕਸ਼ਨ ਇੰਨੀਆਂ ਮਹਿੰਗੀਆਂ ਹੈ ਕਿ ਉਹਦੇ ਲਈ ਤੁਹਾਨੂੰ ਪੈਸੇ ਚਾਹੀਦੇ ਆ। ਉਹ ਪੈਸੇ ਫਿਰ ਤੁਹਾਡੀ ਜਿਹੜੀ ਅਫੀਸ਼ੀਅਲ ਮਸ਼ੀਨਰੀ ਹੈ ਉਹ ਪੈਸਾ ਐਕਸਟ੍ਰੈਕਸ਼ਨ ਮਸ਼ੀਨ ਬਣ ਜਾਂਦੀ ਹੈ। ਪੈਸਾ ਚਾਹੇ ਪੁਲਿਸ ਡਿਪਾਰਟਮੈਂਟ ਤੋਂ ਇਕੱਠਾ ਹੋ ਰਿਹਾ ਹੋਵੇ, ਚਾਹੇ ਗੈਂਗਸਟਰ ਤੋਂ ਇਕੱਠਾ ਹੋ ਰਿਹਾ ਹੋਵੇ, ਚਾਹੇ ਡਰੱਗ ਕਾਰਟਲਸ ਤੋਂ ਇਕੱਠਾ ਹੋ ਰਿਹਾ ਹੈ,
ਇਹ ਸਾਰਾ ਫਾਈਨਲੀ ਆਲਰੇਡੀ ਤਾਂ ਉਦੋਂ ਤੱਕ ਕੀਤਾ ਜਾਂਦਾ ਜਦ ਤੱਕ ਪੋਲਿਟਿਕਸ ਨੂੰ, ਦੇਸ਼ ਦੀ ਪੋਲਿਟਿਕਸ ਨੂੰ ਲੋੜ ਹੈ। ਔਰ ਉਹਦੇ ਨਾਲ ਆਮ ਲੋਕਾਂ ਦੀ ਜਦ ਤੱਕ ਆਮ ਲੋਕ ਤੰਗ ਹੋ ਕੇ ਉਹ ਸਰਕਾਰੀ ਨਾ ਬਦਲਣ ਉਦੋਂ ਤੱਕ ਕੁਝ ਨਹੀਂ ਹੁੰਦਾ। ਦੇਖਿਆ ਪੰਜਾਬ ਵਿੱਚ ਹੁਣ ਕੇਸ ਰਜਿਸਟਰ ਹੋਏ ਕਰਪਸ਼ਨ ਦੇ ਖਿਲਾਫ, ਹੁਣ ਮਿਨਿਸਟਰ ਫੜਨੇ ਸ਼ੁਰੂ ਹੋਏ, ਤਾਂ ਕਰਪਸ਼ਨ ਤਾਂ ਚੱਲ ਹੀ ਰਹੀ ਸੀ, ਕੋਈ ਮਿਨਿਸਟਰੀ ਹੋ ਕੇ ਨਹੀਂ ਰਹੀ ਸੀ। ਇਹ ਵੀ ਜਿਹੜੀ ਥੋੜੀ ਬਹੁਤੀ ਕਰ ਪਾ ਰਹੀ ਹੈ ਕਿਉਂਕਿ ਨਵੀਂ ਹੈ, ਮਗਰ ਹੋ ਤਾਂ ਰਿਹਾ ਨਾ। ਘੱਟੋ ਘੱਟ ਸਾਡੇ ਕੋਲ ਵੀਡੀਓ ਮੈਸੇਜ ਆ ਰਹੇ ਨੇ, ਸਾਡੇ ਕੋਲ ਸਬੂਤ ਆ ਰਿਹਾ ਹੈ, ਛੋਟੀ ਕਰਪਸ਼ਨ ਵੀ ਕਿੰਨੀ ਜ਼ਿਆਦਾ, ਹਰ ਰੋਜ਼ ਕਿਸੇ ਨੂੰ ਫੜਨਾ ਪੈ ਰਿਹਾ। ਸੋ ਇਹ ਚੀਜ਼ਾਂ ਸਰਕਾਰ ਲਈ ਕੋਈ ਮੁਸ਼ਕਲ ਨਹੀਂ ਹੈ, ਜਿੱਦਣ ਉਹ ਡਿਸਾਈਡ ਕਰ ਲੈਣ ਕਿਸੇ ਖਤਮ ਕਰਨਾ, ਮਗਰ ਕਦੋਂ ਡਿਸਾਈਡ ਕਰਨਗੇ ਇਹੀ ਸਵਾਲ ਹੈ। ਇਸ ਕਰਕੇ ਸਪੈਸ਼ਲੀ ਜੇ ਸੈਂਟਰਲ ਗਵਰਨਮੈਂਟ ਸਟੇਟ ਗਵਰਨਮੈਂਟ ਨੂੰ ਫੇਲ ਕਰਨ ਲਈ ਉੱਥੇ ਲਾਅ ਐਂਡ ਆਰਡਰ ਕ੍ਰੀਏਟ ਕਰ ਦੇਵੇ ਤਾਂ ਕਿੰਨਾ ਮੁਸ਼ਕਲ ਹੈ ਸਟੇਟ ਗਵਰਨਮੈਂਟ ਲਈ ਕੁਝ ਕਰਨਾ। ਇਸੇ ਤਰ੍ਹਾਂ ਜੇ ਸਟੇਟ ਗਵਰਨਮੈਂਟ ਹੀ ਆਪਣੀ ਇਕਨੋਮੀ ਚਲਾਉਣ ਲਈ, ਆਪਣੀ ਪੋਲਿਟਿਕਸ ਚਲਾਉਣ ਲਈ ਕ੍ਰਾਈਮਸ ਤੋਂ ਹਿੱਸਾ ਲੈਣ ਲੱਗ ਪੈਣ ਤਾਂ ਫਿਰ ਤਾਂ ਕ੍ਰਿਮੀਨਲ, ਇਹਨੂੰ ਵੀ ਆਪਾਂ ਕਹਿੰਦੇ ਨਾ ਨੈਕਸਸ ਬਿਟਵੀਨ ਪੋਲਿਟਿਕਸ ਐਂਡ ਕ੍ਰਿਮੀਨਲਸ। ਜਦੋਂ ਬਾਰ-ਬਾਰ ਆਪਾਂ ਪਿਛਲੇ 20-25-50 ਸਾਲ ਤੋਂ ਇਹ ਲੋਕੀ ਕਹਿ ਰਹੇ ਸੀ ਕਿ ਪਾਰਲੀਮੈਂਟ ਵਿੱਚ ਕ੍ਰਿਮੀਨਲਸ ਆ ਰਹੇ ਨੇ, ਉਹਦਾ ਇਹੀ ਖਤਰਾ ਸੀ ਕਿ ਜਿੱਦਣ ਕ੍ਰਿਮੀਨਲ ਪਾਰਲੀਮੈਂਟੇਰੀਅਨ ਬਣ ਜਾਣਗੇ, ਜਿੱਦਣ ਕ੍ਰਿਮੀਨਲ ਨੂੰ ਲਾਅ ਦੀ ਪ੍ਰੋਟੈਕਸ਼ਨ ਮਿਲ ਜਾਏਗੀ, ਜਦੋਂ ਉਹ ਆਪ ਹੀ ਹੋਮ ਮਿਨਿਸਟਰ ਬਣ ਜਾਣਗੇ, ਫਿਰ ਕਿਵੇਂ ਖਤਮ ਹੋਏਗਾ? ਇਹੀ ਚੀਜ਼ ਹੁਣ ਸਾਡੇ ਸਾਹਮਣੇ ਦਿਖ ਰਹੀ ਹੈ। ਹੁਣ ਸਵਾਏ ਇਲੈਕਟਰਲ ਪ੍ਰੋਸੈਸ ਜੋ ਪਹਿਲਾਂ ਸੋਚਦੇ ਸੀ ਜੁਡੀਸ਼ਰੀ ਖਤਮ ਕਰ ਸਕਦੇ, ਜੁਡੀਸ਼ਰੀ ਹਮੇਸ਼ਾ ਵੀਕ ਬ੍ਰਾਂਚ ਹੈ, ਜੁਡੀਸ਼ਰੀ ਸਲੋ ਬ੍ਰਾਂਚ ਵੀ ਹੈ। ਜੁਡੀਸ਼ਰੀ ਨੂੰ ਤੇਜ਼ ਕਰਨਾ ਸਭ ਤੋਂ ਵੱਡਾ ਚੈਲੰਜ ਸੀ ਸਾਡੇ ਮੁਲਕ ਲਈ, ਕਿਉਂਕਿ ਜਦੋਂ ਜੁਡੀਸ਼ਰੀ ਸਲੋ ਹੁੰਦੀ ਹੈ, ਸਭ ਤੋਂ ਵੱਡਾ ਇਨਸੈਂਟਿਵ ਹੈ ਕ੍ਰਿਮੀਨਲ ਨੂੰ ਕਿ ਮਰਡਰ ਕਰੋ, ਐਕਸਟੋਰਸ਼ਨ ਕਰੋ, ਕਿ 20 ਸਾਲ ਬਾਅਦ ਸਜ਼ਾ ਹੋਣੀ ਹੈ, 10 ਸਾਲ ਬਾਅਦ ਸਜ਼ਾ ਹੋਣੀ ਹੈ, ਦੇਖਾਂਗੇ ਉਦੋਂ ਕੀ ਹੋਣਾ। तो ਜਿਹੜੀ ਇਮੀਡੀਏਟ ਸਜ਼ਾ ਹੋਣੀ ਹੈ, ਚਾਹੇ ਸਾਲ ਵਿੱਚ ਹੋਏ 6 ਮਹੀਨੇ ਚ ਹੋਏ, ਉਹ ਸਭ ਤੋਂ ਵੱਡਾ ਡਿਸਇਨਸੈਂਟਿਵ ਹੁੰਦਾ ਕ੍ਰਾਈਮ ਲਈ। ਕਰਪਸ਼ਨ ਦੇ ਖਿਲਾਫ ਵੀ ਸਭ ਤੋਂ ਵੱਡਾ ਉਹੀ ਹੈ। ਹੁਣ ਪਬਲਿਕ ਸਰਵੈਂਟ ਨੂੰ ਪਤਾ ਹੈ ਕਿ ਜੇ ਪਕੜੇ ਵੀ ਜਾਏ ਤਾਂ ਕੀ ਫਰਕ ਪੈਂਦਾ ਹੈ, ਇੰਨੀ ਦੇਰ ਲੱਗੇਗੀ ਕਿਸੇ ਨੂੰ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਵਿੱਚ ਸਜ਼ਾ ਦੇਣ ਦੀ, ਔਰ ਬਹੁਤ ਘੱਟ ਬੰਦੇ ਸਜ਼ਾ ਦੇ ਪਾਏ ਨੇ। ਹੁਣ ਸ਼ੁਰੂ ਤਾਂ ਹੋਇਆ ਹੈ, ਪਹਿਲਾਂ ਤਾਂ 1990 ਤੋਂ ਪਹਿਲਾਂ ਕੋਈ ਐਫ ਆਈ ਆਰ ਦਰਜ ਨਹੀਂ ਸੀ ਕਰਦਾ ਵੱਡੇ ਵੱਡੇ ਅਫਸਰਾਂ ਦੇ ਖਿਲਾਫ, ਆਈਐਸ ਅਫਸਰਾਂ ਦੇ ਖਿਲਾਫ। ਹੁਣ ਸ਼ੁਰੂ ਹੋਇਆ ਕਿ ਕੋਈ ਅਰੈਸਟ ਹੋ ਰਿਹਾ, ਕੋਈ ਮਾੜਾ ਮੋਟਾ ਸਜ਼ਾ ਵੀ ਪਾ ਰਿਹਾ ਪੋਲੀਟੀਸ਼ੀਅਨ। ਤੇ ਚਲੋ ਇਹ ਪ੍ਰੋਸੈਸ ਹੈ ਡੈਮੋਕ੍ਰੇਸੀ ਦਾ, ਪ੍ਰੋਸੈਸ ਹੈ ਓਪਨ ਸੋਸਾਇਟੀ ਦਾ, ਜਿੱਥੇ ਸਾਰੀਆਂ ਗੱਲਾਂ ਹੁੰਦੀਆਂ, ਕ੍ਰਾਈਮ ਵੀ ਫਲਰਿਸ਼ ਕਰਦਾ, ਤੇ ਫਾਈਨਲੀ ਜਦੋਂ ਲੋਕੀ ਇੰਨੇ ਤੰਗ ਆ ਜਾਂਦੇ ਆ, ਫਿਰ ਕਿਤੇ ਪੋਲੀਟੀਕਲ ਵਿਲ ਬਣਦਾ ਹੈ, ਕੰਸੈਂਸਸ ਬਣਦਾ ਹੈ ਕਿ ਹੁਣ ਸਾਰੇ ਆਪਣੀ એનર્ਜੀ ਲਾਈਏ ਕ੍ਰਾਈਮ ਨੂੰ ਖਤਮ ਕਰਨ ਲਈ। ਮੇਰਾ ਖਿਆਲ ਹੁਣ ਕੰਸੈਂਸਸ ਬਣਿਆ। ਸਿੱਧੂ ਮੂਸੇਵਾਲੇ ਜਿਹਨੇ ਵੀ ਮਰਡਰ ਕੀਤਾ ਹੈ, ਉਹਨੇ ਵਾਕਈ ਆਪਣਾ ਡੈਥ ਵਾਰੰਟ ਲਿਖਿਆ, ਕਿਉਂਕਿ ਇਸ ਕੇਸ ਨੇ ਸਾਰੇ ਮੁਲਕ ਨੂੰ ਚੰਗੋਰ ਦਿੱਤਾ। ਸਾਰੇ ਯੰਗਸਟਰ ਚਾਹੁੰਦੇ ਕਿ ਮੈਂ ਹੁਣ ਖਤਮ ਹੋਏ, ਸਾਰਾ ਮੁਲਕ ਚਾਹੁੰਦਾ ਕਿ ਹੁਣ ਗੈਂਗਸਟਰ ਖਤਮ ਹੋਏ। ਜਦੋਂ ਇਦਾਂ ਦਾ ਵਿਲ ਪਾਵਰ ਆ ਜਾਂਦੀ ਹੈ, ਫਿਰ ਖਤਮ ਹੋ ਜਾਂਦੇ। ਇੰਨੀ ਕੋਈ ਕਿਸੇ ਕੋਲ ਪਾਵਰ ਨਹੀਂ ਹੁੰਦੀ ਜਿੱਦਾਂ ਆਪਾਂ ਸੋਚਦੇ, ਜਿੱਦਾਂ ਲਾਰਜਰ ਦੈਨ ਲਾਈਫ ਇਮੇਜ ਬਣ ਜਾਂਦਾ। ਖਤਮ ਹੋ ਜਾਏਗਾ, ਮੈਨੂੰ ਬਿਲਕੁਲ ਡਾਊਟ ਨਹੀਂ ਹੈ ਕਿ ਜੇ ਸਰਕਾਰ ਚਾਹੁੰਦੀ ਹੈ ਤਾਂ ਗੋਲਡੀ ਬਰਾੜ ਇੱਥੇ ਆ ਜਾਏਗਾ, ਔਰ 1-1.5 ਸਾਲ ਦੇ ਵਿੱਚ ਸਜ਼ਾ ਵੀ ਕੋਈ ਔਖੀ ਨਹੀਂ ਹੈ। ਸਿੱਧੂ ਮੂਸੇਵਾਲੇ ਕੇਸ ਵਿੱਚ ਮੇਰੇ ਖਿਆਲ ਸਾਰੇ ਬੰਦੇ ਸਿੰਸੀਅਰ ਹੈ ਕਿ ਹੁਣ ਉਹ ਫੜ ਕੇ ਘੱਟੋ ਘੱਟ ਇਹਨਾਂ ਨੂੰ ਤਾਂ ਸਜ਼ਾ ਦਿਉਣ। ਜੋ ਉਮਰ ਕੈਦ ਨੇ ਤਾਂ ਫਾਂਸੀ ਵੀ ਲੱਗ ਸਕਦੀ ਹੈ, ਉਮਰ ਕੈਦ ਵੀ ਹੋ ਸਕਦੀ ਹੈ, ਉਹ ਤਾਂ ਡਿਪੈਂਡ ਕਰਦਾ ਕਿੰਨਾ ਐਵੀਡੈਂਸ ਇਕੱਠਾ ਹੁੰਦਾ। ਬਟ ਜਿੰਨਾ ਕੁ ਮਾਹੌਲ ਪੈਦਾ ਹੋ ਗਿਆ ਉਸ ਇੱਕ ਸਿੰਗਲ ਮਰਡਰ ਨੇ, ਉਹ ਸ਼ੁਰੂਆਤ ਹੈ ਐਂਡ ਆਫ ਗੈਂਗਸਟਰਿਜ਼ਮ ਐਟਲੀਸਟ ਇਨ ਪੰਜਾਬ। ਅੱਛਾ, ਇਹਦੇ ਵਿੱਚ ਹਵਾਲਗੀ ਦਾ ਪ੍ਰੋਸੀਜਰ ਜਿਵੇਂ ਉੱਥੋਂ ਲੈ ਕੇ ਆਉਣਾ ਇੰਡੀਆ, ਹਲੇ ਫਿਲਹਾਲ ਇਹ ਤਾਂ ਸਪਸ਼ਟ ਨਹੀਂ ਕਿ ਉਹ ਗ੍ਰਿਫਤਾਰ ਹੋਇਆ ਕਿ ਨਹੀਂ, ਪਰ ਜੇ ਆਪਾਂ ਉਦਾਂ ਕਿਸੇ ਕੇਸ ਵਿੱਚ ਦੇਖੀਏ ਕਿ ਕੋਈ ਇਸ ਤਰ੍ਹਾਂ ਦੇ ਇਲਜ਼ਾਮ ਹੋਣ, ਗੈਂਗਸਟਰ ਹੋਵੇ ਜਾਂ ਉਹ ਅੱਤਵਾਦੀ ਹੋਵੇ, ਉਹਦੀ ਹਵਾਲਗੀ ਦਾ ਪ੍ਰੋਸੀਜਰ ਕੀ ਆ? ਮਤਲਬ ਕੋਈ ਕਹਿੰਦਾ ਕਿ ਕਈ ਸਾਲ ਵੀ ਲੱਗ ਸਕਦੇ ਨੇ, ਕੋਈ ਮਹੀਨਿਆਂ ਦੀ ਗੱਲ ਕਰਦਾ ਆ। ਕੀ ਪ੍ਰੋਸੀਜਰ ਹੈ ਉਹ ਜਦੋਂ ਭਾਰਤ ਸਰਕਾਰ ਕੋਲ ਆਉਣਾ, ਫਿਰ ਉਹ ਪੰਜਾਬ ਸਰਕਾਰ ਨੇ ਆਪਣੇ ਰਿਮਾਂਡ ਤੇ ਲੈਣਾ? ਨਹੀਂ, ਸਾਰਾ ਮਟੀਰੀਅਲ ਜਿਹੜੀ ਨੋਡਲ ਏਜੰਸੀ ਉਹ ਸੀਬੀਆਈ ਹੈ। ਸਾਰਾ ਮਟੀਰੀਅਲ ਸਰਕਾਰ ਸੀਬੀਆਈ ਨੂੰ ਦੇਗੀ, ਸੀਬੀਆਈ ਟ੍ਰਾਂਸਮਿਟ ਕਰੇਗੀ ਇੰਟਰਪੋਲ ਨੂੰ, ਤੇ ਉਹ ਇੰਟਰਪੋਲ ਉੱਥੇ ਦੇ ਦੇਗੀ ਯੂਐਸ ਸਰਕਾਰ ਨੂੰ, ਤੇ ਯੂਐਸ ਸਰਕਾਰ ਅਲਟੀਮੇਟਲੀ ਡਿਸੀਜਨ ਲਏਗੀ। ਹੁਣ ਉਹ ਬੰਦਾ ਜਿਹੜਾ ਜਿਹਨੂੰ ਭੇਜਿਆ ਜਾ ਰਿਹਾ ਉਹਦੀ ਅਪੀਲ ਕਰ ਸਕਦਾ ਹੈ, ਕੋਰਟ ਕੋਲ ਜਾ ਸਕਦਾ ਹੈ। ਤਾਂ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ, ਜਿਹੜੇ ਉਹ ਨੀਰਵ ਮੋਦੀ ਹੈ, ਕਿੰਨੇ ਸਾਲ ਲੱਗੇ, ਇੰਗਲੈਂਡ ਦਾ ਫਾਸਟ ਲੀਗਲ ਸਿਸਟਮ ਹੈ, ਉਹਦੇ ਵਿੱਚੋਂ ਡਿਲੇ ਕਰ ਸਕੇ। ਸਿਮਿਲਰਲੀ ਯੂਐਸਏ ਦਾ ਵੀ ਫਾਸਟ ਲੀਗਲ ਸਿਸਟਮ ਹੈ, ਉੱਥੇ ਵੀ ਉੱਥੇ ਅਪੀਲ ਦੀ ਪ੍ਰੋਵੀਜ਼ਨ ਹੋਏਗੀ, ਐਂਡ ਉਹ ਡਿਲੇ ਥੋੜਾ ਕਰ ਪਾਏਗਾ। ਮਗਰ ਉਹ ਜਿੰਨਾ ਮਰਜ਼ੀ ਕਰੇ, ਅਸੀਂ ਅਲਟੀਮੇਟਲੀ ਉਹ ਜਿਹੜਾ ਉਹਨੂੰ ਅਬੂ ਸਲੇਮ ਨੂੰ ਲੈ ਕੇ ਆਏ ਸੀ ਸਪੇਨ ਜਾਂ ਪੋਰਟੁਗਲ ਤੋਂ, ਉਹਨੂੰ ਸਜ਼ਾ ਵੀ ਹੋ ਗਈ, ਉਹਦੀ ਗਰਲਫ੍ਰੈਂਡ ਨੂੰ ਸਜ਼ਾ ਹੋ ਗਈ। ਸੋ ਇਹ ਨਹੀਂ ਕਿ ਬਹੁਤ ਔਖਾ ਹੈ, ਹੁਣ ਆਸਾਨ ਹੈ, ਕਦੀ ਹੁੰਦਾ। ਮਗਰ ਅਸੀਂ ਕਦੀ ਕੋਸ਼ਿਸ਼ ਆਮ ਕਿਸਮ ਚ ਹੁਣ ਕੀਤਾ ਜਾ ਸਕਦਾ, ਅਸੀਂ ਕੋਸ਼ਿਸ਼ ਨਹੀਂ ਕੀਤੀ ਕਦੀ ਪੁਲਿਸ ਆਫਿਸਰ ਜਿਹੜਾ ਇੰਡੀਵਿਜੂਅਲ ਪੁਲਿਸ ਆਫਿਸਰ ਹੈ, ਕਦੀ ਉਹ ਸਿੱਧਾ ਕੋਰਟ ਕੋਲ ਵੀ ਪਾਵਰ ਹੈ ਕਿ ਤੁਸੀਂ ਆਪਣੇ ਲੈਟਰ ਭੇਜੋ ਐਵੀਡੈਂਸ ਲਈ, ਕਿਸੇ ਹੋਰ ਮੁਲਕ ਵਿੱਚ ਕ੍ਰਾਈਮ ਹੋਇਆ ਉੱਥੋਂ ਵੀ ਉਹ ਭੇਜ ਸਕਦੇ ਆ। ਬੋਫੋਰਸ ਤੋਂ ਬਾਅਦ ਅਮੈਂਡਮੈਂਟ ਆਇਆ ਸੀ ਕਿ ਕੋਰਟ ਕੋਲ ਵੀ ਪਾਵਰ ਹੈ ਕਿ ਆਈਓ ਨੂੰ ਕਹਿਣ ਕਿ ਤੁਸੀਂ ਲੈਟਰ ਰੋਗੇਟਰੀ ਭੇਜੋ,
ਤੇ ਦੂਸਰਾ ਮੁਲਕ ਕੋਆਪਰੇਟ ਕਰੇਗਾ ਔਰ ਸਾਰਾ ਐਵੀਡੈਂਸ ਵੀ ਦੇਗਾ ਜੇ ਉਸ ਮੁਲਕ ਵਿੱਚ ਉਹਦੇ ਖਿਲਾਫ ਕੋਈ ਐਵੀਡੈਂਸ ਹੈਗਾ। ਸੋ ਚੀਜ਼ਾਂ ਤਾਂ ਆਸਾਨ ਹੈ, ਇਹ ਤਾਂ ਉਹੀ ਪ੍ਰੋਬਲਮ ਹੈ ਕਿ ਤੁਸੀਂ ਕਿੰਨਾ ਕਰਨਾ ਚਾਹੁੰਦੇ ਹੋ। ਸਾਡੀ ਪੁਲਿਸ ਆਜ਼ਾਦੀ ਨਾਲ ਨਹੀਂ ਕੰਮ ਕਰ ਪਾ ਰਹੀ। ਸਾਡੀ ਪੁਲਿਸ ਉਸ ਤਰ੍ਹਾਂ ਦੀ ਇੰਡੀਪੈਂਡੈਂਟ ਪੁਲਿਸ ਨਹੀਂ ਹੈ ਜਿਸ ਤਰ੍ਹਾਂ ਸਾਡੀ ਜੁਡੀਸ਼ਰੀ ਹੈ। तो उस करके जब तक उपरला बंदा फाइनली होम मिनिस्टर डिसीजन नहीं लैंदा उद तक थल्ले तक पैरालिसिस ही हुंदा, स्पैशली ਜਿਹੜੇ ਪੋਲੀਟੀਕਲੀ ਕਨੈਕਟਡ ਕ੍ਰਿਮੀਨਲਸ ਦੇ ਖਿਲਾਫ। ਜਿਵੇਂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਕਹਿ ਰਹੇ ਨੇ ਕਿ ਨਾਰਕੋ ਟੈਸਟ ਹੋਣਾ ਚਾਹੀਦਾ, ਉਹ ਕਿੰਨਾ ਕੁ ਭਰੋਸੇਯੋਗ ਹੁੰਦਾ ਆ ਗੈਂਗਸਟਰਾਂ ਦਾ ਨਾਰਕੋ ਟੈਸਟ ਹੋਣਾ, ਜਾਂ ਜਿਨ੍ਹਾਂ ਨੇ ਕਰਨਾ ਉਹਨਾਂ ਤੇ ਭਰੋਸਾ ਕਿੰਨਾ ਹੈ? ਨਾਰਕੋ ਟੈਸਟ ਇੱਕ ਟੂਲ ਆਫ ਇਨਵੈਸਟੀਗੇਸ਼ਨ ਹੈ। ਨਾਰਕੋ ਟੈਸਟ ਵਿੱਚ ਕੋਰਟ ਅੱਗੇ ਤਾਂ ਉਹਦੀ ਕੋਈ ਐਵੀਡੈਂਸ ਦੀ ਵੈਲਿਊ ਨਹੀਂ ਹੈ। ਜੇ ਨਾਰਕੋ ਟੈਸਟ ਵਿੱਚ ਕੋਈ ਮੰਨ ਜਾਵੇ ਕਿ ਹਾਂ ਮੈਂ ਮਰਡਰ ਕੀਤਾ ਹੈ, ਤੁਸੀਂ ਉਸ ਕਨਫੈਸ਼ਨ ਤੇ ਉਹਨੂੰ ਸਜ਼ਾ ਨਹੀਂ ਦਵਾ ਸਕਦੇ, ਉਹਦੀ ਕੋਈ ਐਵੀਡੈਂਸ ਦੀ ਵੈਲਿਊ ਨਹੀਂ ਹੈਗੀ। ਮਗਰ ਸਰਟਨਲੀ ਸ਼ਰਾਬੀ ਦੀ ਹਾਲਤ ਵਿੱਚ ਉਹਦੇ ਚੋਂ ਨਸ਼ੀਲੀ ਦਵਾਈਆਂ ਹੀ ਖਿਲਾਉਂਦੇ ਜਦੋਂ ਬੰਦਾ ਕਈ ਕੁਝ ਬੋਲ ਸਕਦਾ ਐਜ਼ ਅ ਇਨਵੈਸਟੀਗੇਸ਼ਨ ਹੈ। ਪਰ ਇਹਨਾਂ ਕੇਸਾਂ ਵਿੱਚ ਕਿਉਂਕਿ ਬੜੇ ਟ੍ਰੇਨਡ ਹਾਰਡਨਡ ਕ੍ਰਿਮੀਨਲ ਹੈ, ਉਹਨਾਂ ਤੇ ਨਾਰਕੋ ਟੈਸਟ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੁੰਦਾ ਜਿੰਨਾ ਆਮ ਬੰਦੇ ਉੱਤੇ ਹੁੰਦਾ ਹੈਗਾ। ਮਗਰ ਇੱਕ ਟੂਲ ਆਫ ਇਨਵੈਸਟੀਗੇਸ਼ਨ ਹੈ, ਪੁਲਿਸ ਕਰ ਸਕਦੀ ਹੈ, ਚਾਹੇ ਤਾਂ ਕਰ ਸਕਦੀ ਹੈ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਕੋਲ ਐਵੀਡੈਂਸ ਨਹੀਂ ਮਿਲ ਰਿਹਾ ਜਾਂ ਕੋਈ ਹੋਰ ਲੀਡ। ਪਰ ਮੇਰੇ ਖਿਆਲ ਨਾਲ ਜਦੋਂ ਸਾਰਾ ਕੁਝ ਟੈਲੀਫੋਨ ਤੇ ਗੱਲਾਂ ਕਰਦੇ ਨੇ ਔਰ ਟੈਲੀਫੋਨ ਅੰਡਰ ਸਰਵੇਲੈਂਸ ਹੈ ਔਰ ਤੁਹਾਡੇ ਕੋਲ ਰਿਕਾਰਡਿੰਗਸ ਹੈ, ਉਸ ਤੋਂ ਜ਼ਿਆਦਾ ਕਲੂਜ਼ ਹੋਰ ਕੀ ਮਿਲ ਸਕਦੇ ਨੇ? ਉਹਨਾਂ ਦਿਮਾਗ ਅੰਦਰ ਕੀ ਸੋਚਦੇ ਆ ਉਹ ਅਲਟੀਮੇਟਲੀ ਉਹ ਕਿਹੜਾ ਕੋਈ ਇੰਨੇ ਟ੍ਰੇਨਡ ਕੋਡ ਵਿੱਚ ਲੈਂਗੁਏਜ ਵਿੱਚ ਬੋਲਦੇ ਆ, ਰੀਜ਼ਨੇਬਲੀ ਸਿੱਧੇ ਭਾਸ਼ਾ ਵਿੱਚ ਬੋਲਦੇ ਆ। ਥ੍ਰੈਟ ਵੀ ਸਿੱਧੇ ਆਉਂਦੇ, ਜਿੰਨੇ ਰਿਕਾਰਡਡ ਥ੍ਰੈਟ ਆਪਾਂ ਸੁਣੇ ਆ ਸਾਰੇ ਸਿੱਧੇ ਪੰਜਾਬੀ ਹਿੰਦੀ ਵਿੱਚ ਬੋਲ ਰਹੇ ਨੇ ਕਿਉਂਕਿ ਉਹਨਾਂ ਨੇ ਆਮ ਬੰਦੇ ਤੋਂ ਪੈਸੇ ਲੁੱਟਣੇ ਆ ਤੇ ਉਹਨਾਂ ਨੂੰ ਸਿੱਧੇ ਭਾਸ਼ਾ ਵਿੱਚ ਦਿੰਦੇ ਥ੍ਰੈਟ। ਤੇ ਇਸ ਕਰਕੇ ਇਹ ਇੰਨਾ ਮੁਸ਼ਕਲ ਨਹੀਂ, ਉਹਨਾਂ ਦੇ ਖਿਲਾਫ ਐਵੀਡੈਂਸ ਤਾਂ ਹੈਗਾ, ਜੇ ਚਾਹੋ ਤਾਂ ਇਕੱਠਾ ਕਰਕੇ ਸਜ਼ਾ ਹੋ ਸਕਦੀ ਜੀ। ਇਹਨਾਂ ਹਾਲਾਤਾਂ ਦੇ ਬਾਵਜੂਦ ਬੈਂਸ ਸਾਹਿਬ ਜਦੋਂ ਸਰਕਾਰ ਅਸਲੇ ਤੇ ਬੈਨ ਲਾਉਂਦੀ ਆ ਤਾਂ ਉੱਥੇ ਕਾਨੂੰਨ ਕੀ ਕਹਿੰਦਾ ਹੈ? ਕਿ ਕੋਈ ਇਸ ਮਸਲੇ ਨੂੰ ਚੁਣੌਤੀ ਦੇ ਸਕਦਾ ਜਾ ਕੇ ਅਦਾਲਤ ਵਿੱਚ ਕਿ ਅਸੀਂ ਆਪਣੀ ਸੈਲਫ ਜਿਹੜੀ ਹੈ ਉਹ ਸੁਰੱਖਿਆ ਦੇ ਲਈ ਆਪਣੀ ਉਹਦੇ ਲਈ ਅਸੀਂ ਹਥਿਆਰ ਲਿਆ ਜਾਂ ਲਾਇਸੈਂਸ ਅਪਲਾਈ ਕੀਤਾ ਸੀ? ਕਿਉਂਕਿ ਇੱਕ ਲੰਮੀ ਚੌੜੀ ਪ੍ਰਕਿਰਿਆ ਚੋਂ ਲੰਘਣਾ ਪੈਂਦਾ ਤੇ ਉਹਦੇ ਬਾਵਜੂਦ ਵੀ ਜੇ ਉਹਦਾ ਲਾਇਸੈਂਸ ਰੱਦ ਹੁੰਦਾ ਆ ਤਾਂ ਅਫਸਰਾਂ ਤੇ ਵੀ ਉਂਗਲ ਉੱਠਣੀ ਚਾਹੀਦੀ ਹੈ। ਸਰਕਾਰ ਇਹ ਕੁਝ ਨਹੀਂ ਕਰ ਰਹੀ, ਸਰਕਾਰ ਤਾਂ ਸਿੱਧਾ ਲਾਇਸੈਂਸ ਰੱਦ ਕਰ ਰਹੀ ਹੈ। ਸਮਾਂ ਦਿੱਤਾ 72 ਘੰਟਿਆਂ ਦਾ, 3 ਦਿਨਾਂ ਦੇ ਵਿੱਚ ਤੁਸੀਂ ਆਪੋ ਆਪਣੀਆਂ ਤਸਵੀਰਾਂ ਹਟਾ ਲਓ। ਕਿਉਂਕਿ ਲੋਕਾਂ ਨੇ ਜੇ ਹਥਿਆਰ ਰੱਖੇ ਨੇ ਤਾਂ ਉਹ ਚਲਾਉਣਾ ਵੀ ਜਾਣਦੇ ਨੇ ਤੇ ਉਹਨਾਂ ਨੂੰ ਸੰਭਾਲਣਾ ਵੀ ਜਾਣਦੇ ਨੇ। ਬਹੁਤੇ ਕ੍ਰਾਈਮ ਅਸੀਂ ਸਵਾਲ ਜਦੋਂ ਚਰਚਾ ਕਰਦੇ ਹੁੰਦੇ ਨੇ ਕਿ ਬਹੁਤੇ ਕ੍ਰਾਈਮ ਜਿਹੜੇ ਨੇ ਉਹ ਜਾਇਜ਼ ਅਸਲੇ ਨਾਲ ਨਹੀਂ ਹੁੰਦੇ, ਉਹ ਨਾਜਾਇਜ਼ ਅਸਲੇ ਨਾਲ ਹੁੰਦੇ ਨੇ। ਤੇ ਇਹਦੇ ਬਾਰੇ ਮਾਣਯੋਗ ਹਾਈ ਕੋਰਟ ਜਾਂ ਅਦਾਲਤਾਂ ਕੀ ਸੋਚਦੀਆਂ ਨੇ? ਸਰਕਾਰਾਂ ਨੇ ਤਾਂ ਆਪਣੇ ਪੱਧਰ ਤੇ ਕਹਿਤਾ ਜਿਹੜਾ ਪਿਕਚਰ ਹੈ ਵੈਪਨ ਨਾਲ, ਉਹ ਤਾਂ ਮੇਰੇ ਖਿਆਲ ਆਪਣੇ ਲੋਕਾਂ ਨੂੰ ਨਾ ਬੇਵਕੂਫ ਬਣਾਉਣ ਦਾ ਇੱਕ ਪਬਲਿਸਿਟੀ ਸਟੰਟ ਹੈ ਤਾਂ ਕਿ ਲੋਕਾਂ ਨੂੰ ਲੱਗੇ ਕਿ ਸਰਕਾਰ ਬਹੁਤ ਸੀਰੀਅਸ ਹੋ ਗਈ ਹੈ ਤੇ ਗੈਂਗਸਟਰ ਦੇ ਖਿਲਾਫ ਲੜ ਰਹੀ ਹੈ। ਕਿਉਂਕਿ ਇੱਕ ਪਬਲਿਕ ਪਰਸੈਪਸ਼ਨ ਦੀ ਵੀ ਲੜਾਈ ਹੈ ਨਾ, ਡੈਮੋਕ੍ਰੇਸੀ ਹੈ। ਸਰਕਾਰ ਨੂੰ ਇਹ ਵੀ ਹੁੰਦਾ ਹਮੇਸ਼ਾ ਕਿ ਅਸੀਂ ਐ ਪੇਸ਼ ਕਰੇ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਕਰੀਏ ਚਾਹੇ ਕੁਛ ਨਾ। ਤਾਂ ਜਿਹੜੀ ਇਹ ਪਿਕਚਰ ਨਾ ਕਰੋ, ਇਹ ਤਾਂ ਇਹਦਾ ਕੋਈ ਮਤਲਬ ਵੀ ਨਹੀਂ ਹੈ, ਨਾ ਇਹਦਾ ਕੋਈ ਅਸਰ ਹੋਣਾ। ਪਿਕਚਰ ਹੋਏ ਨਾ ਹੋਏ, ਗੱਲ ਤਾਂ ਹੈ ਕਿ ਕ੍ਰਿਮੀਨਲ ਮਾਈਂਡ ਕੌਣ ਹੈ, ਕ੍ਰਿਮੀਨਲ ਕੋਲ ਕਿੰਨੇ ਕੁ ਹਥਿਆਰ ਹੈ। ਆਮ ਸਿਟੀਜ਼ਨ ਕੋਲ ਹਥਿਆਰ ਤਾਂ ਕ੍ਰਿਮੀਨਲ ਨੂੰ ਡਿਸਕਰੇਜ ਕਰਦੇ ਨੇ। ਕਿਸੇ ਬਾਜ਼ਾਰ ਦੇ ਵਿੱਚ 100 ਬੰਦੇ ਕੋਲ ਹਥਿਆਰ ਹੋਣ, ਇੱਕ ਬੰਦਾ ਕਿਸੇ ਨੂੰ ਟੱਚ ਵੀ ਕਰੇ ਤਾਂ 100 ਚੋਂ ਇੱਕ ਨੇ ਸਿੱਧੀ ਗੋਲੀ ਮਾਰ ਦਿੰਦਾ। ਸਾਡੀ ਹਾਲਾਤ ਹੀ ਕ੍ਰਿਮੀਨਲਸ ਐਨਕਰੇਜ ਇਸ ਲਈ ਹੋਈ ਹੈ ਕਿ ਅਸੀਂ ਆਮ ਬੰਦੇ ਨੂੰ ਹਥਿਆਰ ਦਿੰਦੇ ਨਹੀਂ। ਅਸੀਂ ਲਾਇਸੈਂਸ ਇਹਨਾਂ ਔਖਾ ਕੀਤਾ ਹੈ। ਇਹ ਕੀਤਾ ਤਾਂ ਅੰਗਰੇਜ਼ਾਂ ਨੇ ਸੀ, ਆਰਮਸ ਐਕਟ ਬਣਾਇਆ ਅੰਗਰੇਜ਼ਾਂ ਸੀ। ਆਰਮਸ ਐਕਟ ਤੋਂ ਪਹਿਲਾਂ ਕੋਈ ਵੀ ਬੰਦਾ ਬਿਨਾਂ ਕਿਸੇ ਪ੍ਰਵਾਹ ਤੇ ਲਾਇਸੈਂਸ ਰੱਖ ਸਕਦਾ ਸੀ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਆ ਕੇ ਜਦੋਂ ਥੋੜਾ ਉਹਨਾਂ ਦੇ ਹੱਥ ਪੈਰ ਜੰਮੇ ਤਾਂ ਉਹਨਾਂ ਨੇ ਆਰਮਸ ਲਾਇਸੈਂਸ ਲਾ ਕੇ ਹਿੰਦੁਸਤਾਨੀ ਨੂੰ ਆਰਮਸ ਰੱਖਣ ਤੋਂ ਮਨਾ ਕਰਤਾ। ਸਮਝ ਜਾਂਦੇ ਕਿਉਂ ਮਨਾ ਕੀਤਾ? ਹੁਣ ਉਹੀ ਆਰਮਸ ਐਕਟ ਤੁਸੀਂ ਥੋੜਾ ਬਹੁਤਾ ਛੇੜ ਛੇੜ ਕਰਕੇ ਚਲਾ ਰਹੇ ਹੋ। ਉਹਦੇ ਵਿੱਚ ਸਭ ਤੋਂ ਵੱਡਾ ਹੈਗਾ ਆਪਣੇ ਲੋਕਾਂ ਦੇ ਡਾਊਟ। ਜੇ ਕੋਈ ਕਹਿੰਦਾ ਕਿ ਮੈਨੂੰ ਪ੍ਰੋਟੈਕਸ਼ਨ ਲਈ ਆਰਮਸ ਦਿਓ, ਕਿਉਂਕਿ ਆਰਮਸ ਲਾਇਸੈਂਸ ਦਾ ਇੱਕ ਤਾਂ ਪ੍ਰੋਟੈਕਸ਼ਨ ਹੈ, ਇੱਕ ਤਾਂ ਤੁਹਾਨੂੰ ਸਰਕਾਰ ਨੂੰ ਬੜੀ ਜਲਦੀ ਪਤਾ ਲੱਗ ਜਾਂਦਾ, ਝੱਟੇ ਪਤਾ ਲੱਗ ਜਾਂਦਾ ਕਿਹੜਾ ਆਰਮਸ ਯੂਜ਼ ਹੋਇਆ। ਆਰਮਸ ਵਿੱਚ ਜਿੰਨੀਆਂ ਗੋਲੀਆਂ ਤੁਸੀਂ ਖਰੀਦਦੇ ਹੋ ਉਹ ਵੀ ਰਿਕਾਰਡ ਤੇ ਹੁੰਦੀਆਂ, ਝੱਟ ਹੀ ਟਰੇਸ ਹੋ ਜਾਂਦਾ। ਆਰਮਸ ਜਿਹੜਾ ਆਫੀਸ਼ੀਅਲ ਜਿਹੜਾ ਲਾਇਸੈਂਸ ਹੈ ਉਹ ਤਾਂ ਟਰੇਸ ਕਰਨਾ ਬਹੁਤ ਆਸਾਨ ਹੈ। ਤੁਸੀਂ ਹਰ ਬੰਦੇ ਨੂੰ ਈਜ਼ੀ ਦਿਓ ਤਾਂ ਕਿ ਜਦੋਂ ਕੋਈ ਹੁੰਦਾ ਉਦੋਂ ਈਜ਼ੀ ਟਰੇਸ ਹੋ ਜਾਂਦਾ। ਮਗਰ ਸਾਡੇ ਅਸੀਂ ਹੈ ਕਿ ਅਸੀਂ ਜਿਹੜੇ ਆਮ ਬੰਦਾ ਆਪਣੀ ਪ੍ਰੋਟੈਕਸ਼ਨ ਲਈ ਮੰਗਦਾ ਉਹਨੂੰ ਤਾਂ ਦਿੰਦੇ ਨਹੀਂ ਲਾਇਸੈਂਸ। ਉਲਟਾ ਸਾਰੇ ਜਿਹੜੇ ਕ੍ਰਾਈਮ ਹੈ ਉਹ ਇਲੀਗਲ ਵੈਪਨ ਹੁੰਦੇ ਆ ਜਿਹੜਾ ਟਰੇਸ ਨਾ ਹੋ ਸਕੇ, ਜਿਹੜਾ ਪਤਾ ਲੱਗੇ ਕਿੱਥੋਂ ਆਇਆ। ਔਰ ਇਸੇ ਕਰਕੇ ਹੁਣ ਜੇ ਤੁਸੀਂ ਦੇਖਦੇ ਹੋ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਜਿਹੜਾ ਹੈਵੀ ਵੈਪਨ ਯੂਜ਼ ਹੋਇਆ, ਜਿਹਨਾਂ ਦੁਆਰਾ ਵੱਡੇ ਵੱਡੇ ਛੇਦ ਕੀਤੇ, ਕੰਕਰੀਟ ਵਿੱਚ ਕੀਤੇ, ਉਹ AK-47 ਹੈ ਨਹੀਂ। ਉਹ ਤਾਂ ਬਿਲਕੁਲ ਹੀ ਪ੍ਰੋਹਿਬਿਟਡ ਵੈਪਨ ਹੈ ਜਿਹੜਾ ਕਿਸੇ ਕੋਲ ਵੀ ਨਹੀਂ ਹੈ ਲਾਇਸੈਂਸ ਦਾ। ਮਤਲਬ ਉਸਦੇ ਬਾਵਜੂਦ ਸਾਰੇ ਵੈਪਨ
ਔਰ ਉਹ ਕਿਉਂ ਯੂਜ਼ ਕਰਦੇ ਨੇ? ਕਿਉਂਕਿ ਤੁਸੀਂ ਟ੍ਰੇਸ ਹੀ ਨਹੀਂ ਕਰ ਸਕਦੇ, ਨਹੀਂ ਤਾਂ ਤੁਹਾਨੂੰ ਮੈਨੂਫੈਕਚਰ ਪਤਾ ਲੱਗ ਜਾਏ, ਤੁਹਾਨੂੰ ਪਤਾ ਲੱਗ ਜਾਏ ਕਿੱਥੋਂ ਆਰਮਸ ਦੀ ਸਮਗਲਿੰਗ ਹੁੰਦੀ ਹੈ। ਇਸ ਲਈ ਜਿਹੜਾ ਆਰਮਸ ਲੈਣੇ ਜਾਂ ਆਰਮ ਲਾਇਸੈਂਸ ਕੈਂਸਲ ਕਰਨੇ, ਉਹ ਤਾਂ ਬਿਲਕੁਲ ਉਹ ਵੀ ਇੱਕ ਤਰ੍ਹਾਂ ਦਾ ਪਬਲਿਸਿਟੀ ਸਟੰਟ ਹੀ ਹੈ ਕਿ ਸਰਕਾਰ ਨੂੰ ਲੱਗੇ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ। ਸਮਝ ਆਉਂਦਾ ਇਲੈਕਸ਼ਨਾਂ ਵਿੱਚ ਆਰਮਸ ਰੱਖ ਲਓ ਥੋੜੀ ਦੇਰ ਲਈ, ਕਿਉਂਕਿ ਉਦੋਂ ਜਿਹੜੇ ਹੁੰਦੇ ਆ ਇਮੋਸ਼ਨਸ ਹਾਈ ਹੁੰਦੇ ਆ। ਮਗਰ ਜਦੋਂ ਤੁਸੀਂ ਆਰਗੇਨਾਈਜ਼ ਕ੍ਰਿਮੀਨਲ ਨਾਲ ਡੀਲ ਕਰਦੇ ਹੋ, ਆਰਗੇਨਾਈਜ਼ ਕ੍ਰਿਮੀਨਲ ਨਾਲ ਅਲਟੀਮੇਟਲੀ ਆਮ ਸਿਟੀਜ਼ਨ ਲੜਦਾ ਹੈ, ਔਰ ਆਮ ਸਿਟੀਜ਼ਨ ਜੇ ਆਰਮਡ ਹੋਏਗਾ ਤੇ ਆਰਗੇਨਾਈਜ਼ ਕ੍ਰਿਮੀਨਲ ਕੰਮ ਚਲਾ ਹੀ ਨਹੀਂ ਸਕਦੇ। ਕਿਸੇ ਪਿੰਡ ਵਿੱਚ ਇੱਕ ਗੁੰਡਾ ਕਦੀ ਨਹੀਂ ਡਰਾ ਸਕਦਾ ਪੂਰੇ ਪਿੰਡ ਨੂੰ ਜੇ ਅੱਧਾ ਪਿੰਡ ਕੋਲ ਵੈਪਨਸ ਹੋਣ। ਸਾਡੇ ਤਾਂ ਉਲਟਾ ਅਸੀਂ ਸੋਚਦੇ ਹਾਂ, ਅਸੀਂ ਤਾਂ ਆਪਣੇ ਲੋਕਾਂ ਨੂੰ ਭੇਡਾਂ ਬਣਾ ਰਹੇ ਹਾਂ। ਉਹਨਾਂ ਨੂੰ ਜੇ ਵੈਪਨ ਦਿੱਤੇ ਸੀ ਗੁਰੂ ਗੋਬਿੰਦ ਸਿੰਘ ਨੇ ਤਾਂ ਇਸ ਲਈ ਦਿੱਤੇ ਸੀ ਕਿ ਜ਼ੁਲਮ ਦੇ ਖਿਲਾਫ ਜਦੋਂ ਕੋਈ ਗੁੰਡਾਗਰਦੀ ਚੱਲਦੀ ਹੈ ਉਦੋਂ ਪੁਲਿਸ ਥੋੜੀ ਪਹੁੰਚਦੀ ਹੈ। ਜਦੋਂ ਕੋਈ ਬੰਦਾ ਕਿਸੇ ਲੜਕੀ ਨੂੰ ਛੇੜਦਾ ਪੁਲਿਸ ਥੋੜੀ ਹੁੰਦੀ ਹੈ। ਜਦੋਂ ਕਿਸੇ ਨੂੰ ਗੋਲੀ ਮਾਰਦੀ ਪੁਲਿਸ ਤਾਂ ਬਾਅਦ ਚ ਆਉਂਦੀ ਹੈ, ਹਜ਼ਾਰ ਮਿਹਨਤ ਕਰਕੇ ਲੱਭਦੀ ਹੈ ਕਿਹਨੇ ਕੀਤਾ। ਮੌਕੇ ਤੇ ਹਮੇਸ਼ਾ ਸਾਡੇ ਮੁਲਕ ਵਿੱਚ ਇੰਨੀ ਪੋਪੂਲੇਟਡ ਮੁਲਕ ਹੈ ਕਿ ਕੋਈ ਐਸਾ ਕਾਰਨਰ ਹੈ ਨਹੀਂ ਜਿਹੜਾ ਬਿਲਕੁਲ ਆਈਸੋਲੇਟਡ ਹੋਵੇ। 4 ਬੰਦਿਆਂ ਵਿੱਚੋਂ 5 ਬੰਦਿਆਂ ਵਿੱਚ ਇਕੁਅਲ ਵੈਪਨ ਹੋਵੇ ਤਾਂ ਕੋਈ ਗੁੰਡਾਗਰਦੀ ਹੋ ਨਹੀਂ ਸਕਦੀ। ਸੋ ਇਸ ਕਰਕੇ ਕਦੀ ਆਪਾਂ ਦੇਖਿਆ ਨਹੀਂ ਸੀ ਨਿਹੰਗ ਇੱਕ ਪੁਲਿਸ ਵਿੱਚ ਬੱਸ ਵਿੱਚ ਪਹੁੰਚ ਜਾਂਦਾ ਸੀ, ਸਾਰਾ ਲਾਅ ਐਂਡ ਆਰਡਰ ਮੇਨਟੇਨ ਕਰਦਾ ਸੀ। ਉਦੋਂ ਮੋਰਲ ਐਥਿਕਸ ਵੀ ਸੀ, ਉਦੋਂ ਨਿਹੰਗ ਜਿਹੜਾ ਬੰਦਾ ਸੀ ਰੀਅਲ ਨਿਹੰਗ ਸੀ। ਔਰ ਉਹ ਆਰਮਡ ਕਿਉਂ ਸੀ? ਉਹ ਤਾਂ ਹੀ ਆਪਣੀ ਵੀ ਰੱਖਿਆ ਕਰ ਸਕਦਾ, ਲੋਕਾਂ ਦੀ ਵੀ ਰੱਖਿਆ ਕਰਦਾ ਸੀ। ਇੱਕ ਫੀਲਿੰਗ ਆਫ ਪ੍ਰੋਟੈਕਸ਼ਨ ਸੀ। ਕੋਈ ਮੁੰਡਾ ਕਿਸੇ ਕੁੜੀ ਨੂੰ ਛੇੜਦਾ ਨਹੀਂ ਹੁੰਦਾ ਛੋਟੇ ਹੁੰਦੇ ਸੀ। ਨਿਹੰਗ ਦਾ ਬੱਸ ਵਿੱਚ ਚੜ੍ਹਨਾ ਇੱਕ ਡਿਸਪਲਿਨ ਸੀ। ਨਿਹੰਗ ਦਾ ਰੇਲ ਗੱਡੀ ਦੇ ਚੜ੍ਹਨਾ ਹੀ, ਮੈਂ ਨਿਹੰਗ ਕਿਹਾ ਨਿਹੰਗ ਦੇ ਜਿਹੜੇ ਪਹਿਨਾਵੇ ਦੇ ਵਿੱਚ ਉਦੋਂ ਉਹ ਜਿਹੇ ਬਹੁਰੂਪੀਏ ਘੱਟ ਸੀ ਜਿਹੜੇ ਪਹਿਨਾਵੇ ਦਾ ਜਿਹੜਾ ਮਿਸਯੂਜ਼ ਕਰਦੇ ਸੀ ਜਾਂ ਕੁਝ ਹੁੰਦੇ ਹੋਰ ਸੀ, ਬਹੁਰੂਪੀਏ ਕਹਿ ਸਕਦੇ ਹੋ। ਮਗਰ ਇਸ ਕਰਕੇ ਆਰਮਡ ਚੰਗਾ ਸਿਟੀਜ਼ਨ, ਲਾਅ ਅਬਾਈਡਿੰਗ ਸਿਟੀਜ਼ਨ ਕੋਲ ਆਰਮਸ ਹੋਣੇ ਇਹ ਦੇਸ਼ ਦੀ ਚੰਗੀ ਗੱਲ ਹੈ। ਲਾਅ ਐਂਡ ਆਰਡਰ ਬੈਟਰ ਮੇਨਟੇਨ ਹੁੰਦਾ ਹੈ। ਉੱਥੇ ਪੁਲਿਸ ਵੀ ਵਧੀਕੀਆ ਨਹੀਂ ਕਰ ਸਕਦੀ। ਜੇ ਆਰਮਡ ਖੋਵੇ ਘਰ ਤਾਂ ਪੁਲਿਸ ਮੇਰੇ ਦੁਆਰ ਤੇ ਆ ਕੇ ਮੇਰੇ ਤੇ ਡਾਕਾ ਥੋੜੀ ਮਾਰ ਸਕਦੀ। ਹੁਣ ਅਸੀਂ ਇੰਨੇ ਕੇਸ ਦੇਖਦੇ ਹਾਂ ਕਿ ਅੱਧੀ ਰਾਤ ਨੂੰ ਪੁਲਿਸ ਆ ਕੇ ਜਿਹੜੇ ਸੀਸੀਟੀਵੀ ਕੈਮਰੇ ਤੋੜ ਕੇ ਕਦੇ ਲੁੱਟ ਲੈਂਦੀ ਹੈ, ਕਿਸੇ ਨੂੰ ਚੁੱਕ ਕੇ ਲੈ ਜਾਂਦੀ ਹੈ, ਕੋਈ ਉਹਦਾ ਰਿਕਾਰਡ ਨਹੀਂ ਮਿਲਦਾ। ਜੇ ਪੁਲਿਸ ਨੂੰ ਪਤਾ ਹੋਵੇ ਕਿ ਹਰ ਬੰਦੇ ਕੋਲ ਵੈਪਨ ਹੈ ਸਾਡੇ ਪੰਜਾਬ ਵਿੱਚ ਤੇ ਕਿਹੜਾ ਲਾਅ ਵਾਰੰਟ ਲੈ ਕੇ ਪ੍ਰੋਪਰਲੀ ਨੋਟਿਸ ਦੇ ਕੇ ਆਏ। ਸੋ ਸਾਰੀਆਂ ਏਜੰਸੀ ਲਾਫੁਲ ਹੋ ਜਾਂਦੀਆਂ ਜਦੋਂ ਸਿਟੀਜ਼ਨ ਇੰਪਾਵਰਡ ਹੈ। ਇਹ ਸੋਚਣਾ ਕਿ ਜਿਹਨਾਂ ਕੰਟਰੀਆਂ ਵਿੱਚ ਫ੍ਰੀ ਲਾਇਸੈਂਸ ਹੈ ਉੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋ ਰਹੀ। ਸਾਡੇ ਜ਼ਿਆਦਾ ਮੁਲਕ ਦੇ ਵਿੱਚ ਬੁਰਾ ਹਾਲ ਹੈ ਲਾਅ ਐਂਡ ਆਰਡਰ ਦਾ, ਰਾਦਰ ਦੈਨ USA ਜਿੱਥੇ ਉਹਨਾਂ ਨੇ ਸੰਵਿਧਾਨਿਕ ਹੱਕ ਦਿੱਤਾ ਕਿ ਹਰ ਸਿਟੀਜ਼ਨ ਕੋਲ ਵੈਪਨ ਚਾਹੀਦਾ ਹੈ। ਉਹ ਜਿਹਾ ਜਿੱਦਾਂ ਸਿੱਖ ਧਰਮ ਵਿੱਚ ਕਿਹਾ ਕਿ ਤੁਸੀਂ ਆਰਮਡ ਰਹੋ ਤਾਂ ਹੀ ਤੁਸੀਂ ਆਪਣੀ ਪ੍ਰੋਟੈਕਸ਼ਨ ਕਰ ਸਕਦੇ ਹੋ। ਤੁਸੀਂ ਆਰਮਡ ਰਹੋ, ਰੱਬ ਨੇ ਨਹੀਂ ਆਉਣਾ, ਤੁਸੀਂ ਉਹ ਪ੍ਰੋਟੈਕਸ਼ਨ ਕਰਨੀ, ਲੋਕਾਂ ਦੀ ਵੀ ਤੁਸੀਂ ਕਰਨੀ, ਸਮਾਜ ਦੀ ਵੀ ਤੁਸੀਂ ਕਰਨੀ। ਤੁਸੀਂ ਅਦਰਵਾਈਜ਼ ਨਿਹੱਥਾ ਹੋ ਜਾਂਦਾ। ਆਰਮਡ ਬੰਦੇ ਦੇ ਸਾਹਮਣੇ, ਆਰਮਡ ਗੁੰਡੇ ਦੇ ਸਾਹਮਣੇ ਆਮ ਸਿਟੀਜ਼ਨ ਬਿਲਕੁਲ ਨਿਹੱਥਾ ਹੋ ਜਾਂਦਾ ਉਹਦੀ। ਤੇ ਉਹ ਫਿਰ ਤੁਹਾਡੀ ਬਹਾਦਰੀ ਦੋ ਕੁਆਲਿਟੀ ਦੀ ਹੋ ਜਾਂਦੀ ਹੈ ਜੇ ਤੁਸੀਂ ਮੈਚਿੰਗ ਹਥਿਆਰਬੰਦ ਨਾ ਹੋ। ਇਸ ਲਈ ਇਹ ਜਿਹੜਾ ਸਿੰਬੋਲਿਕ ਚੇਂਜ ਦਾ ਕਿਰਪਾਨ ਨਾਲ ਥੋੜੀ ਕੁਝ ਹੁੰਦਾ। ਫਾਈਨਲੀ ਜੇ ਤੁਸੀਂ ਮੋਰਲ ਬੀਇੰਗ ਹੋ, ਜੇ ਤੁਸੀਂ ਅੱਛੇ ਸਿਟੀਜ਼ਨ ਹੋ, ਤੁਸੀਂ ਲਾਅ ਅਬਾਈਡਿੰਗ ਸਿਟੀਜ਼ਨ ਹੋ, ਤਾਂ ਫਿਰ ਉਹਨਾਂ ਨੂੰ ਸਾਨੂੰ ਸਿਰਫ ਚੋਇਸ ਹੈ ਕਿ ਤੁਸੀਂ ਬੇਸਿਕਲੀ ਕਿਸੇ ਕ੍ਰਿਮੀਨਲ ਮਾਈਂਡਸੈਟ ਨੂੰ ਲਾਇਸੈਂਸ ਨਹੀਂ ਦੇਣਾ। ਇੰਨੀ ਛੋਟੀ ਜੀ ਗੱਲ ਹੈ। ਲਾਇਸੈਂਸ ਤੁਹਾਡੇ ਇਹ ਦੇਖਣਾ ਹੁੰਦਾ, ਇਹ ਥੋੜੀ ਦੇਖਣਾ ਹੁੰਦਾ ਕਿ ਪੋਲੀਟੀਸ਼ੀਅਨ ਦੇ ਗੁੰਡਿਆਂ ਨੂੰ ਆਪਾਂ ਲਾਇਸੈਂਸ ਦੇ ਦਿੰਦੇ ਹਾਂ ਤੇ ਆਮ ਸਿਟੀਜ਼ਨ ਨੂੰ ਆਪਾਂ ਡਿਨਾਈ ਕਰ ਦਿੰਦੇ। ਉਹੀ ਗੱਲ ਹੈ ਕਿ ਇਹ ਜਿਹੜੀ ਕਰਪਸ਼ਨ ਦਾ ਪੋਲਿਟਿਕਸ ਹੈ ਕਿ ਤੁਸੀਂ ਕੋਈ ਵੀ ਚੀਜ਼ ਇਮਾਨਦਾਰੀ ਨਾਲ ਨਹੀਂ ਕਰਨੀ। ਲਾਇਸੈਂਸ ਦੀ ਜੋ ਪਾਵਰ ਦਿੱਤੀ ਹੋਈ SSP ਨੂੰ, ਤੇ ਉਹਨਾਂ ਨੇ ਇਹੀ ਦੇਖਣਾ ਕਿ ਕ੍ਰਿਮੀਨਲ ਐਂਟੀਸੀਡੈਂਟਸ ਕਿਹੜੇ ਹੈ, ਕ੍ਰਿਮੀਨਲ ਮਾਈਂਡ ਟੈਂਡੈਂਸੀਜ਼ ਕਿਹਦੇ ਕੋਲ ਹੈ, ਕ੍ਰਿਮੀਨਲ ਮਾਈਂਡਸੈਟ ਕਿਹਦਾ ਹੈ, ਉਹਨੂੰ ਨਹੀਂ ਦੇਣੀ, ਬਾਕੀ ਸਭ ਨੂੰ ਦੇਣੀ। ਇਸ ਕਰਕੇ ਜਿੱਦਣ ਆਪਾਂ ਇਹ ਸਮਝ ਗਏ ਕਿ ਅਸੀਂ ਇਮਾਨਦਾਰੀ ਨਾਲ ਲਾਇਸੈਂਸ ਜਿਹੜੀਆਂ ਵੈਪਨਸ ਹੀ ਡਿਸਟ੍ਰੀਬਿਊਟ ਕਰ ਦਈਏ, ਉਹਦੇ ਨਾਲ ਹੀ ਕੰਮ ਬਣ ਜਾਂਦਾ। ਜਦੋਂ ਦੇਸ਼ ਤੇ ਖਤਰਾ ਹੁੰਦਾ, ਤੁਸੀਂ ਦੇਖਿਆ ਹਰ ਕੰਟਰੀ ਆਪਣੇ ਸਿਟੀਜ਼ਨ ਨੂੰ ਵੈਪਨ ਦਿੰਦਾ। ਹੁਣ ਯੂਕਰੇਨ ਨੂੰ ਵੈਪਨ ਦੇ ਰਹੇ ਕਿਉਂ? ਕਿਉਂਕਿ ਦੇਸ਼ ਵਿੱਚ ਖਤਰਾ ਹੈ। ਬਚਾਉਣਾ ਤਾਂ ਬੰਦਿਆਂ ਨੇ ਹੈ ਜਿਹੜੇ ਆਪਣੇ ਪਿਆਰ ਕਰਦੇ ਦੇਸ਼ ਨੂੰ। ਕਿਸੇ ਅਫਸਰ ਨੇ ਥੋੜੀ ਬਚਾਉਣਾ, ਉਹ ਤਾਂ ਅਕਸਰ ਪਹਿਲਾਂ ਭੱਜ ਜਾਂਦੇ ਨੇ। ਸਵਾਲ ਤਾਂ ਇਹ ਵੀ ਸੀ ਕਿ ਬੈਂਸ ਸਾਹਿਬ ਇਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਸਰਕਾਰ ਦੇ ਇਸ ਫੈਸਲੇ ਨੂੰ? ਬਿਲਕੁਲ ਦਿੱਤੀ ਜਾ ਸਕਦੀ ਹੈ, ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਕਿਉਂਕਿ ਇਹ ਤਾਂ ਬਿਲਕੁਲ ਬੱਚਿਆਂ ਵਰਗੇ ਫੈਸਲੇ ਹੈ ਕਿ ਅਸੀਂ ਰਾਤ ਦਿਨ ਤੁਸੀਂ ਇਹ ਦੇਖੋ ਕਿ ਕ੍ਰਾਈਮ ਕੌਣ ਕਰ ਰਿਹਾ, ਕ੍ਰਿਮੀਨਲ ਮਾਈਂਡਡ ਬੰਦੇ ਨੂੰ ਜੇ ਗਲਤ ਲਾਇਸੈਂਸ ਉਹ ਕੈਂਸਲ ਕਰੋ। ਜਿਹੜੇ ਕ੍ਰਾਈਮ ਕਰ ਰਹੇ ਲਾਇਸੈਂਸ ਆਪਣਾ ਕਰੋ। ਉਹਦੇ ਬਾਅਦ ਤਾਂ ਇਹਨਾਂ ਡਾਟਾ ਦਿੱਤਾ ਨਹੀਂ ਕਿੰਨੇ ਕ੍ਰਿਮੀਨਲ ਲਾਇਸੈਂਸ ਵੈਪਨ ਯੂਜ਼ ਕਿੰਨੇ ਕ੍ਰਾਈਮ ਵਿੱਚ ਹੁੰਦੇ, ਇਹ ਤਾਂ ਦੱਸੋ। ਜੇ ਕੋਈ ਆਰਗੇਨਾਈਜ਼ਡ ਕ੍ਰਾਈਮ ਲਾਇਸੈਂਸ ਆਪਣਾ ਹੋ ਹੀ ਨਹੀਂ ਰਿਹਾ ਔਰ ਜਿਹੜੇ ਕਲੇਮ ਕਰ ਰਹੇ ਜੇਲ੍ਹਾਂ 'ਚ ਬੈਠੇ, ਕੈਨੇਡਾ 'ਚ ਬੈਠੇ ਆ, ਤਾਂ ਕਲੀਅਰਲੀ ਜਿਹੜਾ ਕ੍ਰਾਈਮ ਹੋ ਰਿਹਾ ਹੈ ਉਹ ਇੱਕ ਵੀ ਲਾਇਸੈਂਸ ਵੈਪਨ ਨਹੀਂ ਯੂਜ਼ ਹੋਇਆ। ਸਿੱਧੂ ਮੂਸੇਵਾਲੇ ਕਿਸੇ ਕਿਹੜਾ ਲਾਇਸੈਂਸ ਵੈਪਨ ਯੂਜ਼ ਹੋਇਆ ਹੀ ਨਹੀਂ, ਸਾਰੇ ਹੀ ਇਲੀਗਲ ਵੈਪਨ ਸੀ। ਤਾਂ ਇਸ ਕਰਕੇ ਔਰ ਲਾਇਸੈਂਸ ਤਾਂ ਸਾਰੇ ਨਾਨ ਪ੍ਰੋਹਿਬਿਟਡ ਬੋਰ ਹੁੰਦੇ ਆ, ਛੋਟੇ ਛੋਟੇ ਪਿਸਟਲਾਂ ਹੁੰਦੇ ਜਿਹੜੇ ਬੰਦੇ ਬਿਲਕੁਲ ਸ਼ਾਰਟ ਰੇਂਜ ਵੈਪਨ ਰੱਖਦੇ ਆਪਣੀ ਪ੍ਰੋਟੈਕਸ਼ਨ ਲਈ, ਜਿਹੜੇ ਕੰਸੀਲਡ ਹੋਣ ਤਾਂ ਕਿ ਤੁਸੀਂ ਮੌਕੇ ਤੇ ਆਪਣੀ ਪ੍ਰੋਟੈਕਸ਼ਨ ਕਰ ਸਕੋ।
ਤੇ ਜਿੱਥੋਂ ਤੱਕ ਇਸ ਤੋਂ ਬਾਅਦ ਕੇਂਦਰ ਦਾ ਵੀ ਇੱਕ ਫੈਸਲਾ ਆਇਆ ਸੀ, ਉਹ ਵੀ ਕਹਿੰਦੇ ਸੀ ਕਿ ਅਦਾਲਤੀ ਹੁਕਮਾਂ ਨੂੰ ਧਿਆਨ 'ਚ ਰੱਖਦੇ ਆ ਕਿ ਪਿਛਲੇ ਕੋਈ ਹੁਕਮ ਹੋਣੇ ਉਹਦੇ ਮੁਤਾਬਕ ਕਹਿੰਦੇ ਰੇਡੀਓ ਤੇ ਗਾਣੇ ਵੀ ਨਹੀਂ ਉਹੋ ਜਿਹੇ ਚੱਲਣੇ। ਪੰਜਾਬ ਸਰਕਾਰ ਤੇ ਵੀ ਪ੍ਰੈਸ਼ਰ ਬਣ ਰਿਹਾ ਕਿ ਤੁਸੀਂ YouTube ਤੋਂ ਉਹੋ ਜਿਹੇ ਗਾਣੇ ਹਟਾਓ, ਜਾਂ ਪਰਚੇ ਹੋ ਹੀ ਰਹੇ ਨੇ, ਕਈ ਗਾਇਕਾਂ ਦੇ ਉੱਤੇ ਪਰਚੇ ਹੋ ਗਏ ਕਿ ਉਹ ਗਨ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ। ਇਹਦੇ ਬਾਰੇ ਕਾਨੂੰਨ ਕੀ ਕਹਿੰਦਾ ਹੈ? ਫਿਲਮਾਂ ਦੇ ਵਿੱਚ ਵੀ ਗਨ ਕਲਚਰ, ਜਿਹੜੇ ਹਥਿਆਰ ਫਿਲਮਾਂ 'ਚ ਵਰਤੇ ਜਾਂਦੇ ਨੇ, ਉਹ ਤਾਂ ਆਮ ਲੋਕਾਂ ਕੋਲ ਦੇਖੇ ਵੀ ਨਹੀਂ ਜਾਂਦੇ। ਅੱਜ ਕੱਲ ਜਿਹੜੇ ਟॉय ਵੈਪਨਸ ਹੈ, ਜਿਹੜੇ ਫਿਲਮਾਂ ਵਿੱਚ ਯੂਜ਼ ਹੁੰਦੇ ਨੇ, ਉਹ ਫ੍ਰੀਲੀ ਅਵੇਲੇਬਲ ਨੇ, ਉਹਦੇ 'ਚ ਕੋਈ ਲਾਇਸੈਂਸ ਹੋਣਾ ਨਹੀਂ। ਸੋ ਜਿਹੜੀ ਐਕਟਿੰਗ ਪਾਰਟ ਹੈ ਉਹ ਤਾਂ ਤੁਸੀਂ ਆਰਾਮ ਨਾਲ ਕਰ ਸਕਦੇ ਹੋ, ਤੁਸੀਂ ਆਰਾਮ ਨਾਲ ਡਰਾਮਾ ਕਰ ਸਕਦੇ ਹੋ, ਚੰਗੀ ਹਰ ਤਰ੍ਹਾਂ ਦੀ ਸੋਫਿਸਟੀਕੇਟਡ ਗਨ ਦਾ ਮਾਡਲ ਤੁਹਾਨੂੰ ਮਿਲ ਜਾਂਦਾ ਹੈ ਉਹਦੇ ਵਿੱਚ। ਮਗਰ ਤੁਸੀਂ ਕਦੀ ਇਹ ਪ੍ਰੋਬਲਮ ਇਦਾਂ ਥੋੜੀ, ਇੱਕ ਕਾਨੂੰਨ ਤਾਂ ਕਲੀਅਰ ਹੈ ਕਿ ਤੁਸੀਂ ਅਬਸੀਨ ਸੌਂਗ ਨਹੀਂ ਗਾਓਗੇ, ਜਿਹੜੇ ਵਲਗਰ ਸੌਂਗ ਹੈ ਨਹੀਂ ਗਾਓਗੇ ਜੇ, ਨਾ ਹੀ ਤੁਸੀਂ ਕਿਸੇ ਨੂੰ ਥ੍ਰੈਟ ਦੋਗੇ, ਨਾ ਹੀ ਤੁਸੀਂ ਕਿਸੇ ਵੀ ਗਾਣੇ ਦੇ ਵਿੱਚ ਉਹੋ ਜਿਹੀ ਇੱਕ ਜੁਡੀਸ਼ੀਅਲ ਸਟੈਂਡਰਡ ਹੈ ਕਿ ਸਮਾਜ ਕਿੰਨਾ ਗਾਲੀਆਂ ਐਕਸੈਪਟ ਕਰਦਾ। ਸੋ ਬਿਯੋਂਡ ਦੈਟ ਤੁਸੀਂ ਉਹਨੂੰ ਕਹਿੰਦੇ ਕਿ ਪੋਰਨੋਗ੍ਰਾਫੀ ਹੋਵੇ, ਕਿੰਨਾ ਤੁਸੀਂ ਹਰ ਚੀਜ਼ ਦਾ ਕਿੰਨੀ ਤੁਸੀਂ ਵਾਇਲੈਂਸ ਐਕਸੈਪਟ ਕਰਦੇ ਹੋ। ਕਿਉਂਕਿ ਜੇ ਤੁਸੀਂ ਸਿੱਧਾ ਹੀ ਕਹਿਣ ਲੱਗ ਪਓ ਕਿ ਚੁੱਕ ਲਓ ਹਥਿਆਰ ਮਾਰ ਦਿਓ, ਔਰ ਇਹ ਵੀ ਕਾਨੂੰਨ ਬੜਾ ਸਖਤ ਹੈਗਾ, ਕਲੀਅਰ ਹੈ ਕਿ ਜੇ ਤੁਸੀਂ ਕਿਸੇ ਵੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਹੋ, ਕਿਸੇ ਗਰੁੱਪ ਨੂੰ ਟਾਰਗੇਟ ਕਰ ਰਹੇ ਹੋ, ਗਾਣੇ ਵਿੱਚ ਹੋਵੇ ਚਾਹੇ ਸਪੀਚ ਹੋਵੇ, ਜਿਹਦਾ ਅਸਰ ਮਾਈਂਡ ਤੇ ਵਾਕਿਆ ਹੀ ਨਫ਼ਰਤ ਦਾ ਹੋਵੇ ਔਰ ਕਰ ਸਕਦਾ, ਉਹਨੂੰ ਦੇਖ ਕੇ ਗਾਣੇ ਨੂੰ ਸੁਣ ਕੇ ਕੋਈ ਇਨਸਟੀਗੇਟ ਹੋ ਜਾਏ, ਉਹੋ ਜਿਹੇ ਗਾਣੇ ਸਿਰਫ ਬੈਨ ਕੀਤੇ ਜਾ ਸਕਦੇ ਨੇ। ਆਮ ਗਾਣਾ, ਆਮ ਪੋਇਟਿਕ ਐਕਸਪ੍ਰੈਸ਼ਨ, ਉਹਨੂੰ ਨਹੀਂ ਬੈਨ ਕੀਤਾ ਜਾ ਸਕਦਾ। ਕਾਨੂੰਨ ਤਾਂ ਇਹੀ ਕਹਿੰਦਾ ਹੈ। ਜੀ, ਮੇਰਾ ਆਖਰੀ ਸਵਾਲ ਹੈ, ਕਿਉਂਕਿ ਜਦੋਂ ਗੱਲ ਕਾਨੂੰਨ ਵਿਵਸਥਾ ਦੀ ਜੁੜਦੀ ਹੈ, ਤੁਸੀਂ ਬੇਅਦਬੀ ਵਾਲੇ ਮਸਲਿਆਂ ਦੇ ਨਾਲ ਵੀ ਜੁੜੇ ਰਹੇ ਹੋ, ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਆਪਣੇ ਵੱਲੋਂ ਕਹਿ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਕੀ ਲੱਗਦਾ ਹੈ ਕਿ ਕੋਈ ਕਨਕਲੂਜਨ ਤੱਕ ਪਹੁੰਚਿਆ ਜਾ ਸਕਦਾ ਹੈ ਬੇਅਦਬੀ ਵਾਲੇ ਮਸਲੇ? ਕਿਉਂਕਿ ਹੁਣ ਤੱਕ ਜਾਂਚ ਤੇ ਜਾਂਚ, SIT ਤੇ SIT, ਉਹੀ ਗਵਾਹ, ਉਹੀ ਸਾਰਾ ਪ੍ਰਸ਼ਾਸਨ, ਉਹੀ ਪੁੱਛਗਿੱਛ ਕਰ ਰਿਹਾ। ਉੱਥੇ ਵੀ ਜਿਹੜੇ ਹਥਿਆਰ ਵਰਤੇ ਗਏ ਉਹਨਾਂ ਨੂੰ ਲੈ ਕੇ ਵੀ ਸਵਾਲ ਉੱਠਦੇ ਨੇ ਕਿ ਕਿਹੜਾ ਜਾਇਜ਼ ਅਸਲਾ ਸੀਗਾ, ਕਿਹੜਾ ਨਾਜਾਇਜ਼ ਅਸਲਾ ਸੀਗਾ। ਉਹ ਸਾਰਾ ਕੁਝ ਉਵੇਂ ਦਾ ਉਵੇਂ ਹੀ ਚੱਲ ਰਿਹਾ, ਨਾ ਤਾਂ ਪਿਛਲੀਆਂ ਸਰਕਾਰਾਂ ਤੋਂ ਸਮੇਟਿਆ ਗਿਆ, ਨਾ ਇਸ ਸਰਕਾਰ ਤੋਂ ਕੋਈ ਨਜ਼ਰ ਆਉਂਦਾ। ਕੋਈ ਕਨਕਲੂਜਨ ਇਸ ਮਸਲੇ ਦਾ? ਨਹੀਂ, ਕਨਕਲੂਜਨ ਜੇ ਇਮਾਨਦਾਰੀ ਨਾਲ ਕੱਢੋਗੇ ਤਾਂ ਛੋਟੇ ਕੇਸ ਹੈ, ਛੋਟਾ ਸਿੰਪਲ ਜਿਹਾ ਕੇਸ ਹੈ। ਇੱਕ ਕੇਸ ਵਿੱਚ ਤਾਂ ਕੋਟਪੂਰਾ ਵਿੱਚ ਤਾਂ ਵੀਡੀਓ ਐਵੀਡੈਂਸ ਸਾਰਾ ਅਵੇਲੇਬਲ ਹੈ, ਹਾਲੇ ਤੱਕ ਤਾਂ ਕੇਸ ਖਤਮ ਵੀ ਹੋਣਾ ਚਾਹੀਦਾ ਸੀ। ਮਗਰ ਜਦੋਂ ਤੁਸੀਂ ਕੇਸ ਨੂੰ ਵਧਾਉਣਾ ਚਾਹ ਕੇ ਉਹਦਾ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ, ਪਹਿਲਾਂ ਤੁਸੀਂ ਲੋਕਾਂ ਨੂੰ ਕਹਿਤਾ ਕਿ ਚੀਫ ਮਿਨਿਸਟਰ ਤੱਕ ਇਨਵੋਲਵ ਹੈ। ਚੀਫ ਮਿਨਿਸਟਰ ਕਿਵੇਂ ਇਨਵੋਲਵ ਹੋਏਗਾ ਲੋਕਲ ਫਾਇਰਿੰਗ ਦੇ ਵਿੱਚ? ਕਿਵੇਂ ਤੁਸੀਂ ਉਹਨੂੰ ਇਨਵੋਲਵ ਕਰੋਗੇ? ਜਦ ਤੱਕ ਉਹਦੇ ਰਿਕਾਰਡ ਸਿੱਧਾ ਆਰਡਰ ਨਹੀਂ ਕਰਦਾ ਚੀਫ ਮਿਨਿਸਟਰ ਕਿ ਮਾਰੋ, ਅੱਜ ਮਾਰੋ ਇਹ ਬੰਦੇ ਨੂੰ, ਗੋਲੀ ਮਾਰ ਦਿਓ, ਉਦ ਤੱਕ ਤੁਸੀਂ ਕਿਵੇਂ ਉਹਨੂੰ ਕੌਂਸਪੀਰੇਸੀ 'ਚ ਲਿਆਓਗੇ? ਕਿਹੜਾ ਚੀਫ ਮਿਨਿਸਟਰ ਸਿੱਧਾ ਕਹੇਗਾ? ਮੈਕਸਿਮਮ ਕਹੇਗਾ ਕਿ ਸਖਤੀ ਨਾਲ ਡੀਲ ਕਰੋ। ਸਖਤੀ ਨਾਲ ਡੀਲ ਕਰਨ ਉਹਦੇ ਕਨਸਟੀਟਿਊਸ਼ਨਲ ਅਦਾਰੇ ਵਿੱਚ ਹੈ, ਉਹਨੇ ਲਾਅ ਮੇਨਟੇਨ ਕਰਨਾ ਹੈ। ਹੋਮ ਮਿਨਿਸਟਰ ਕਿਹੜਾ ਕਹੇਗਾ ਸਿੱਧਾ ਇਦਾਂ ਦੇ ਕਮਾਂਡਾਂ ਦੇਗਾ? ਸੋ ਇਦਾਂ ਦੇ ਸਬੂਤਾਂ ਦੇ ਤੁਸੀਂ ਸੋਚਦੇ ਹੋ ਕਿ ਹੋਮ ਮਿਨਿਸਟਰ ਨੂੰ ਇਨਵੋਲਵ ਕਰ ਲਈਏ, ਚੀਫ ਮਿਨਿਸਟਰ ਨੂੰ ਇਨਵੋਲਵ ਕਰ ਲਈਏ, DGP ਨੂੰ ਇਨਵੋਲਵ ਕਰ ਲਈਏ, ਬੜਾ ਔਖਾ ਕੰਮ ਹੈ, ਲੀਗਲੀ ਬਹੁਤ ਔਖਾ ਕੰਮ ਹੈ। ਇਸ ਲਈ ਕੇਸ ਭੰਬਲ ਭੁੱਸੇ 'ਚ ਪਿਆ ਹੋਇਆ। ਜੇ ਤੁਸੀਂ ਬਿਲਕੁਲ ਐਵੀਡੈਂਸ ਦੇ ਖਿਲਾਫ ਜਿਸ ਨਾਲ ਸਜ਼ਾ ਹੋ ਸਕਦੀ ਉਹਨਾਂ ਬੰਦੇ ਨੂੰ ਫੜਦੇ ਤਾਂ ਹੁਣ ਤੱਕ ਸਜ਼ਾ ਹੋ ਜਾਣੀ ਸੀ। ਮੈਂ ਸਾਰਾ ਐਵੀਡੈਂਸ ਦੇਖਿਆ, ਸਫੀਸ਼ੀਐਂਟ ਐਵੀਡੈਂਸ ਹੈ ਸਜ਼ਾ ਦੇਣ ਲਈ। ਇਹ ਤਾਂ ਜਦੋਂ ਤੁਸੀਂ ਉਹਨੂੰ ਐਕਸਪੈਂਡ ਕਰਨਾ ਚਾਹੁੰਦੇ ਹੋ, ਉਹਦਾ ਦਾਇਰਾ ਵਧਾਈ ਜਾਂਦੇ ਆ ਤਾਂ ਕਿ ਤੁਹਾਨੂੰ ਪੋਲੀਟੀਕਲ ਫਾਇਦਾ ਹੋਵੇ। ਤੁਸੀਂ ਬਾਰ-ਬਾਰ ਇਹ ਕਹੀ ਜਾਂਦੇ ਕਿ ਉਹ ਇਨਵੋਲਵਡ ਹੈ, ਇਹ ਇਨਵੋਲਵਡ ਹੈ। ਐਵੀਡੈਂਸ ਦੇ ਬੇਸ ਤੇ ਸਜ਼ਾ ਦਿਵਾਉਣੀ ਹੈ ਕਿ ਤੁਹਾਡੇ ਸ਼ੱਕ ਦੇ ਬੇਸ ਤੇ ਅਸੀਂ ਜਿੱਦਾਂ ਮਰਜ਼ੀ ਦਾਇਰਾ ਬਣਾ ਦਿਓ, ਕੇਸ ਕੋਲੈਪਸ ਹੋ ਜਾਂਦਾ। ਤੁਸੀਂ ਰੀਅਲ ਬੰਦੇ 4 ਹੋਣਗੇ, ਤੁਸੀਂ ਜੇ 40 ਬੰਦੇ ਆਮ ਕੇਸ ਵਿੱਚ ਇੰਟਰੋਡਿਊਸ ਕਰ ਦੋਗੇ ਤਾਂ ਕੇਸ ਖਤਮ ਹੋ ਜਾਂਦਾ, ਡਿਲੇ ਹੋ ਜਾਂਦਾ ਔਰ ਅਲਟੀਮੇਟਲੀ ਅਦਾਲਤ ਸਜ਼ਾ ਵੀ ਨਹੀਂ ਕਰਦੀ। ਇਸ ਕੇਸ ਵਿੱਚ ਇਹੀ ਹੋਇਆ। ਤੁਸੀਂ ਰਾਜਨੀਤਿਕ ਫਾਇਦਾ ਉਠਾਇਆ, ਚਾਹੇ ਗਵਰਨਮੈਂਟ ਨੇ, ਬੇਵਕੂਫ ਬਣਾਉਣ 'ਚ ਆਪ ਹੀ ਅਲਟੀਮੇਟਲੀ ਫਸ ਗਏ। ਫਿਰ ਲੋਕਾਂ ਦਾ ਗੁੱਸਾ ਉਸ ਤੇ ਜਾਇਜ਼ ਸੀ, ਸਰਕਾਰ ਨੇ ਚੱਲਿਆ ਵੀ ਹੈ। ਜਿਹੜੀ ਵੀ ਸਰਕਾਰ ਨੇ ਕਲੇਮ ਕੀਤਾ ਉਸ ਸਰਕਾਰ ਨੂੰ ਉਹ ਪੂਰਾ ਪ੍ਰਾਈਜ਼ ਦੇਣਾ ਪਿਆ। ਤਾਂ ਮੈਂ ਤਾਂ ਇਹੀ ਹਲੇ ਵੀ ਕਹਾਂ ਕਿ ਜੇ ਲੀਗਲ ਪ੍ਰਿੰਸੀਪਲ ਦੇ ਕੇਸ ਨੂੰ ਜਾ ਕੇ ਸਿੱਧੇ ਅਦਾਲਤ ਵਿੱਚ ਫਾਸਟ ਟਰੈਕ ਕੋਰਟ ਵਿੱਚ ਪਾ ਕੇ ਜਲਦੀ ਇਹਨੂੰ ਕੰਕਲੂਡ ਕਰ ਲਓ ਤਾਂ ਕਿਤੇ ਚੰਗਾ ਹੋਏਗਾ। ਅਸਲੀ ਬੰਦੇ ਨੂੰ ਸਜ਼ਾ ਵੀ ਹੋ ਜਾਏਗੀ। ਜਿਹੜੇ ਸ਼ੱਕ ਦੇ ਘੇਰੇ ਵਿੱਚ ਹੈ ਉਹਨਾਂ ਨੂੰ ਤੁਹਾਨੂੰ ਛੱਡਣਾ ਹੀ ਪੈਂਦਾ ਹੁੰਦਾ ਹੈ। ਕੋਰਟ ਛੱਡ ਜਾਂਦੀ ਹੈ, ਪੁਲਿਸ ਨੂੰ ਆਪ ਹੀ ਛੱਡ ਦੇਣਾ ਚਾਹੀਦਾ ਤਾਂ ਕਿ ਕੇਸ ਤਾਂ ਜਲਦੀ ਚੱਲੇ। ਜੀ, ਸ਼ੁਕਰੀਆ ਵੈਦ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ। ਸ਼ੁਕਰੀਆ।